ਹੈਲਥ ਪਲਸ ਪ੍ਰੋਗਰਾਮ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਗੁਰੂ ਨਾਨਕ ਕਾਰਡਿਕ ਕੇਅਰ ਜੋ ਕਿ ਫਰੀਦਕੋਟ ਵਿਖੇ ਹੈ। ਇਹ ਹਸਪੀਟਲ ਮਰੀਜ਼ਾਂ ਲਈ ਇੱਕ ਵਰਦਾਨ ਹੈ। ਡਾਕਟਰ ਗੁਰਪ੍ਰੀਤ ਸਿੰਘ MD ਮੈਡੀਸਨ DM ਕਾਰਡੀਓਲੋਜੀ ਨੇ ਜੋ ਕਿ ਮਰੀਜ਼ਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਡਾਕਟਰ ਗੁਰਪ੍ਰੀਤ ਸਿੰਘ ਜੀ ਨੂੰ ਬਹੁਤ ਹੀ ਲੰਬਾ ਤਜਰਬਾ ਹੈ। ਇੱਥੇ ਈਕੋ TMT 24 ਆਰ ਹਾਲਟਰ ਮੋਨੀਟਰਿੰਗ ਕੋਰੋਨਰੀ ਐਂਜੀਓਗ੍ਰਾਫੀ ਕੋਰੋਨਰੀ ਐਂਜੀਓਪਲਾਸਟੀ ਪੇਸਮੇਕਰ ਇੰਪਲਾਂਟੇਸ਼ਨ ਅਤੇ ਹੋਰ ਵੱਖ-ਵੱਖ ਤਰੀਕੇ ਦੀ ਫੈਸਿਲਿਟੀ ਮੌਜੂਦ ਹੈ। ਗੁਰੂ ਨਾਨਕ ਕਾਰਡਿਕ ਕੇਅਰ ਵਿਖੇ ਅੱਜ ਦੇ ਟਾਈਮ ਦੀ ਹਰ ਤਰੀਕੇ ਦੀ ਮਾਡਰਨ ਫੈਸਿਲਿਟੀ ਮੌਜੂਦ ਹੈ। ਇੱਥੋਂ ਦੀ ਸਭ ਤੋਂ ਵਿਸ਼ੇਸ਼ ਗੱਲ ਇੱਥੇ ਟ੍ਰੀਟਮੈਂਟ ਬਹੁਤ ਹੀ ਨੋਮੀਨਲ ਰੇਟਸ 'ਤੇ ਹੁੰਦਾ ਹੈ। ਦੂਰੋਂ ਮਰੀਜ਼ ਇੱਥੇ ਪਹੁੰਚਦੇ ਹਨ ਅਤੇ ਆਪਣਾ ਇਲਾਜ ਕਰਵਾਉਂਦੇ ਹਨ। ਸਾਡੀ ਟੀਮ ਨੇ ਡਾਕਟਰ ਗੁਰਪ੍ਰੀਤ ਸਿੰਘ ਜੀ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਸਾਨੂੰ ਗੁਰੂ ਨਾਨਕ ਕਾਰਡਿਕ ਕੇਅਰ ਫਰੀਦਕੋਟ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਦਰਸ਼ਕੋ, ਪੰਜਾਬ ਪਲਸ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਗੁਰੂ ਨਾਨਕ ਕਾਰਡਿਕ ਕੇਅਰ ਸੈਂਟਰ ਦੇ ਉੱਤੇ ਔਰ ਗੱਲ ਕਰ ਰਹੇ ਹਾਂ ਡਾਕਟਰ ਗੁਰਪ੍ਰੀਤ ਜੀ ਦੇ ਨਾਲ, ਜਿਹੜੇ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਨੇ ਆਪਣੀਆਂ ਹਾਰਟ ਦੇ ਵਿੱਚ। ਡਾਕਟਰ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਧੰਨਵਾਦ ਜੀ, ਬਹੁਤ ਬਹੁਤ। ਡਾਕਟਰ ਹਾਰਟ ਜਿਹੜਾ ਕਿ ਕਿਸੇ ਸਮੇਂ ਦੇ ਉੱਪਰ ਜਦੋਂ ਹਾਰਟ ਦੀ ਕੋਈ ਪ੍ਰੋਬਲਮ ਆ ਜਾਂਦੀ ਸੀਗੀ ਤਾਂ ਲੋਕਾਂ ਨੂੰ ਇਹ ਲੱਗਦਾ ਸੀਗਾ ਵੀ ਬਸ ਗਿਆ ਕੰਮ। ਅੱਜ ਤੋਂ 30 ਸਾਲ ਪਹਿਲਾਂ ਦੀ ਗੱਲ ਕਰ ਲਈਏ ਔਰ ਅੱਜ ਦੀ ਆਪਾਂ ਗੱਲ ਕਰ ਲਈਏ, ਜਦੋਂ ਹਾਰਟ ਦੀ ਕੋਈ ਪ੍ਰੋਬਲਮ ਆ ਜਾਂਦੀ ਆ ਤਾਂ ਉਹਦੀ ਮੋਰਟੈਲਿਟੀ ਰੇਟ ਜਿਹੜਾ ਹੈਗਾ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਘਟਿਆ। ਕੀ ਕਹਿਣਾ ਚਾਹੋਗੇ? ਸਰ ਬਿਲਕੁਲ, ਟਾਈਮ ਦੇ ਨਾਲ ਨਵੀਆਂ ਜੋ ਟੈਕਨੀਕਸ ਆ ਗਈਆਂ, ਜੋ ਘਰ ਜਿਸ ਤਰ੍ਹਾਂ ਛੋਟੇ ਸੈਂਟਰਸ ਛੋਟੇ ਸਿਟੀਜ਼ ਵਿੱਚ ਜਿਸ ਤਰ੍ਹਾਂ ਟੈਕਨੀਕਸ ECG ਆ ਚੁੱਕੀ, ਈਕੋ ਆ ਚੁੱਕੀ ਹੈ ਤੇ ਹੋਰ ਲੈਬੋਰਟਰੀ ਟੈਸਟਿੰਗ ਆ ਚੁੱਕੀ ਹੈ, ਪਲੱਸ ਜਿਹੜੇ ਕੈਥ ਲੈਬਸ ਅੱਜ ਕੱਲ੍ਹ ਥਾਂ 'ਤੇ ਖੁੱਲ੍ਹ ਗਈਆਂ। ਉਸ ਕਰਕੇ ਹਾਰਟ ਦੀ ਜਿਹੜੀ ਬਿਮਾਰੀਆਂ ਦੀ ਜਾਂਚ ਦੇ ਜਿਹੜੇ ਟੈਸਟਸ ਹੈ ਉਹ ਕਾਫੀ ਕਾਮਨਲੀ ਅਵੇਲੇਬਲ ਹੈ, ਜਿਸ ਕਰਕੇ ਇਹ ਬਿਮਾਰੀਆਂ ਜਲਦੀ ਡਿਟੈਕਟ ਹੋ ਸਕਦੀਆਂ। ਬਸ ਜਿਹੜਾ ਸਮਾਜ ਵਿੱਚ ਇਸ ਚੀਜ਼ ਦੀ ਇਗਨੋਰੈਂਸ ਨਹੀਂ ਚਾਹੀਦੀ, ਲੋਕਾਂ ਨੂੰ ਜਾਗ੍ਰਿਤੀ ਚਾਹੀਦੀ ਹੈ। ਤਾਂ ਜੇ ਟਾਈਮ 'ਤੇ ਪਤਾ ਲੱਗ ਜੇ ਲੋਕਾਂ ਨੂੰ ਕਿ ਇਹ ਪ੍ਰੋਬਲਮ ਆ ਰਹੀ ਹੈ, ਤਾਂ ਨਾ ਕਿ ਇਹਨਾਂ ਦੇ ਵਿੱਚ ਅਸੀਂ ਬਚਾਅ ਕਰ ਸਕਦੇ ਹਾਂ, ਬਟ ਹੈਲਦੀ ਲਾਈਫ ਤੇ ਲੌਂਗ ਲਾਈਫ ਦੀ ਇਸ ਵਿੱਚ ਅਸੀਂ ਆਸ ਵੀ ਕਰ ਸਕਦੇ ਹਾਂ। ਤਾਂ ਤੁਸੀਂ ਕਿੱਦਾਂ ਆਪਣਾ ਕੈਰੀਅਰ ਸ਼ੁਰੂ ਕੀਤਾ? ਕਿੱਦਾਂ ਤੁਸੀਂ ਅੱਜ ਇੱਕ ਜਾਨ ਬਣ ਚੁੱਕੇ ਹੋ? ਲੋਕਾਂ ਦੀ 15 ਸਾਲ ਪੁਰਾਣੇ ਤੁਹਾਡੇ ਨਾਲ ਪੇਸ਼ੈਂਟਸ ਜਿਹੜੇ ਉਹ ਇਨਵੋਲਵ ਨੇ, ਕਿਵੇਂ ਤੁਸੀਂ ਆਪਣਾ ਕੈਰੀਅਰ ਸ਼ੁਰੂ ਕੀਤਾ, ਉਹਦੇ ਆਪਣੇ ਬਾਰੇ ਦੱਸੋ। ਸਰ ਮੈਂ ਇੱਕ ਡਾਕਟਰ ਫੈਮਿਲੀ ਨੂੰ ਬਿਲੋਂਗ ਕਰਦਾ। ਮੇਰੇ ਫਾਦਰ ਸਾਹਿਬ ਅੱਖਾਂ ਦੇ ਮਾਹਿਰ ਹੈ ਇੱਥੇ, ਅਤੇ ਪਿਛਲੇ 40 ਸਾਲਾਂ ਤੋਂ ਇਸ ਏਰੀਏ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ। ਮੈਂ ਆਪਣਾ ਕੈਰੀਅਰ ਲਗਭਗ ਅੱਜ ਤੋਂ 21 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਐਂਡ MBBS ਕਰਨ ਤੋਂ ਬਾਅਦ ਮੈਂ MD ਮੈਡੀਸਨ ਕੀਤੀ ਸਰ, ਅਤੇ MD ਮੈਡੀਸਨ ਕਰਨ ਤੋਂ ਬਾਅਦ ਮੈਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ 2011 ਤੋਂ ਲੈ ਕੇ 2 ਸਾਲ ਇੱਥੇ ਸੇਵਾਵਾਂ ਦਿੱਤੀਆਂ ਫਰੀਦਕੋਟ ਵਿਖੇ ਬਤੌਰ MD ਮੈਡੀਸਨ। ਉਸ ਤੋਂ ਬਾਅਦ ਸਰ ਮੈਂ DM ਕੀਤੀ, ਅਤੇ DM ਕਰਨ ਤੋਂ ਬਾਅਦ ਸਰ ਮੈਂ ਵੱਖ-ਵੱਖ ਥਾਵਾਂ 'ਤੇ ਕੰਮ ਕੀਤਾ, ਜਿਸ ਤਰ੍ਹਾਂ ਕਿ ਸਨਸ਼ਾਈਨ ਹਸਪੀਟਲ ਸਿਕੰਦਰਾਬਾਦ, ਆਰਟੀਮਿਸ ਹਸਪੀਟਲ ਗੁੜਗਾਉਂ, ਜੋ ਕਿ ਇਕੱਲੇ ਏਰੀਏ ਦੇ ਨਹੀਂ, ਹਿੰਦੁਸਤਾਨ ਦੇ ਵਨ ਆਫ ਦਾ ਬੈਸਟ ਕਾਰਡੀਓਲੋਜੀ ਸੈਂਟਰਸ ਹੈਗੇ ਆ, ਉੱਥੇ ਮੈਂ ਕੰਮ ਕੀਤਾ। ਅਤੇ ਉਸ ਤੋਂ ਬਾਅਦ ਉੱਥੋਂ ਐਕਸਪੀਰੀਅੰਸ ਗੇਨ ਕਰਨ ਤੋਂ ਬਾਅਦ ਮੈਂ, ਹਾਲਾਂਕਿ ਉੱਥੇ ਓਪਰਚੁਨਿਟੀ ਸੀਗੀਆਂ ਕਿ ਮੈਂ ਗੁੜਗਾਉਂ ਸੈਟਲ ਹੋ ਜਾਂਦਾ, ਬਟ ਮੇਰੀ ਇਹ ਮਨੋਕਾਮਨਾ ਸੀ ਕਿ ਮੈਂ ਪੰਜਾਬ ਵਾਪਸ ਆਵਾਂ ਅਤੇ ਇੱਥੇ ਆ ਕੇ ਆਪਣੇ ਏਰੀਏ ਦੀ ਸੇਵਾ ਕਰਾਂ। ਤਾਂ ਜਦੋਂ ਮੈਂ ਫਿਰ ਵਾਪਸ ਆਇਆ ਤਾਂ ਮੈਂ 2018 ਦੇ ਵਿੱਚ ਪੰਜਾਬ ਵਿੱਚ ਆ ਕੇ ਗਲੋਬਲ ਹਸਪੀਟਲ ਬਠਿੰਡਾ ਜੁਆਇਨ ਕੀਤਾ, ਜਿੱਥੇ ਮੈਂ ਲਗਭਗ 3 ਸਾਲ ਆਪਣੀਆਂ ਸੇਵਾਵਾਂ ਰੈਗੂਲਰ ਦਿੱਤੀਆਂ। ਤਾਂ ਬਠਿੰਡਾ ਵਿਖੇ ਕੰਮ ਵੀ ਬਹੁਤ ਕੀਤਾ, ਐਕਸਪੀਰੀਅੰਸ ਵੀ ਬਹੁਤ ਗੇਨ ਕੀਤਾ, ਅਤੇ ਲੋਕਾਂ ਨੂੰ ਸੇਵਾ ਵੀ ਬਹੁਤ ਦਿੱਤੀ ਸੀ। ਪਰ ਅਲਟੀਮੇਟਲੀ ਜੋ ਏਮ ਸੀ ਉਹ ਸੀ ਫਰੀਦਕੋਟ, ਕਿਉਂਕਿ ਸਾਡਾ ਜੋ ਫਰੀਦਕੋਟ ਦਾ ਇਲਾਕਾ ਹੈ ਇਹ ਬਹੁਤ ਸ਼ੁਰੂ ਤੋਂ ਪਛੜਿਆ ਹੋਇਆ ਇਲਾਕਾ ਹੈ। ਇੱਥੇ ਹੈਲਥ ਸਰਵਿਸਿਜ਼ ਉਨੀਆਂ ਨਹੀਂ ਹੈਗੀਆਂ, ਹਾਲਾਂਕਿ ਬਹੁਤ ਸਾਰੇ ਡਾਕਟਰਸ ਇੱਥੇ ਕਾਬਲ ਡਾਕਟਰ ਇੱਥੇ ਸੇਵਾਵਾਂ ਦੇ ਰਹੇ ਹੈ, ਬਟ ਪਰਟੀਕੂਲਰਲੀ ਜੋ ਕਾਰਡੀਓਲੋਜੀ ਦੀ ਸਰਵਿਸ ਹੈ ਉਹ ਇੱਥੇ ਏਰੀਆ ਲੈਕ ਕਰਦਾ ਹੈ, ਕਿਉਂਕਿ ਜੋ ਵੀ ਕੋਈ ਇੱਥੋਂ ਕੋਈ ਉੱਪਰ ਉੱਠਿਆ ਤਾਂ ਉਹ ਵੱਡੇ ਸ਼ਹਿਰ ਵਿੱਚ ਜਾ ਕੇ ਸੈਟਲ ਹੋ ਗਿਆ, ਜਿਸ ਤਰ੍ਹਾਂ ਚਾਹੇ ਲੁਧਿਆਣਾ ਹੋ ਗਿਆ, ਚਾਹੇ ਜਲੰਧਰ ਹੋ ਗਿਆ, ਚਾਹੇ ਚੰਡੀਗੜ੍ਹ ਹੋ ਗਿਆ। ਬਟ ਮੇਰੀ ਇਹ ਦਿਲ ਦੀ ਇੱਛਾ ਸੀ ਕਿ ਮੈਂ ਵਾਪਸ ਆਵਾਂ ਅਤੇ ਇੱਥੇ ਇੱਕ ਸਟੇਟ ਆਫ ਆਰਟ ਇੱਕ ਸੈਂਟਰ ਸਟੈਬਲਿਸ਼ ਕਰਾਂ। ਤਾਂ ਇਹ ਇੱਕ ਮੈਂ ਉਪਰਾਲਾ ਕੀਤਾ ਹੈ। ਹੁਣ ਜਿਵੇਂ ਗੁਰੂ ਨਾਨਕ ਕਾਰਡਿਕ ਕੇਅਰ ਅਸੀਂ ਇੱਥੇ ਸ਼ੁਰੂ ਕੀਤਾ ਹੈ। ਇੱਥੇ ਅਸੀਂ ਫਿਲਹਾਲ ਦਿਲ ਦੇ ਟੈਸਟ ਜਿਵੇਂ ECG, ਈਕੋ, TMT 24 ਆਵਰ ਹਾਲਟਰ ਮੋਨੀਟਰਿੰਗ ਜਾਂ ਫਿਰ 24 ਆਵਰ BP ਮੋਨੀਟਰਿੰਗ ਇੱਥੇ ਅਸੀਂ ਸ਼ੁਰੂ ਕੀਤੀ ਹੈ। ਪਲੱਸ ਜਿਹੜੇ ਸਾਈਮਲਟੇਨੀਅਸਲੀ ਜਿਹੜੇ ਸਾਡੇ ਸਟੈਂਟਿੰਗ ਦੇ ਪੇਸ਼ੈਂਟਸ ਹੈ ਜਾਂ ਜਿਨ੍ਹਾਂ ਦੇ ਪੇਸਮੇਕਰ ਹੋਣਾ ਪੈਂਦਾ, ਜੇ ਹਾਰਟ ਦੀ ਬਲੋਕੇਜ ਹੁੰਦੀ ਹੈ, ਜਿਨ੍ਹਾਂ ਦੇ ਅਸੀਂ ਕੁਝ ਇੰਟਰਵੈਂਸ਼ਨ ਕਰਨੀ ਹੁੰਦੀ ਹੈ, ਉਹ ਅਸੀਂ ਬਠਿੰਡੇ ਮੈਂ ਗਲੋਬਲ ਹਸਪੀਟਲ 'ਚ ਹੀ ਕਰਦਾ, ਜਿਹੜਾ ਕਿ ਹੁਣ ਮਹਿਰ ਹਸਪੀਟਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਸ ਤੋਂ ਇਲਾਵਾ ਅਸੀਂ ਜਿਹੜਾ ਫਰਦਰ ਸਾਡੀ ਜੋ ਪਲੈਨਿੰਗ ਹੈ ਉਹ ਹੈ ਕਿ ਅਗਲੇ 6 ਮਹੀਨਿਆਂ ਦੇ ਵਿੱਚ ਅਸੀਂ ਫਰੀਦਕੋਟ ਵਿੱਚ ਇੱਕ ਸਟੇਟ ਆਫ ਆਰਟ ਕੈਥ ਲੈਬ, ਗੁਰੂ ਨਾਨਕ ਕੈਥ ਲੈਬ ਇੱਥੇ ਸ਼ੁਰੂ ਕਰਨ ਲੱਗੇ ਹਾਂ।
ਜਿਵੇਂ ਕਿ ਅਸੀਂ ਗੁਰੂ ਨਾਨਕ ਕਾਰਡਿਕ ਕੇਅਰ 'ਚ ਬਾਕੀ ਸੇਵਾਵਾਂ ਜਿਵੇਂ ਇਕੋ TMT ਅਸੀਂ ਬਾਜ਼ਾਰ ਨਾਲੋਂ ਜਾਂ ਬਾਕੀ ਹਸਪੀਟਲਸ ਨਾਲੋਂ ਅੱਧੇ ਰੇਟ ਤੇ ਅਸੀਂ ਮੁਹੱਈਆ ਕਰਵਾ ਰਹੇ ਹਾਂ। ਆਈ ਥਿੰਕ ਸਾਡੇ ਤੇ ਸਰਕਾਰੀ ਰੇਟਾਂ ਦੇ ਵਿੱਚ ਕੇਵਲ 100-200 ਰੁਪਏ ਦਾ ਹੀ ਫਰਕ ਹੈ। ਪ੍ਰਾਈਵੇਟ ਨਾਲੋਂ ਸਾਡੇ 40-50% ਇੱਥੇ ਰੇਟ ਸਸਤੇ ਆ। ਅਸੀਂ ਹਾਲਾਂਕਿ ਚੈਰੀਟੇਬਲ ਨਹੀਂ ਲਿਖਦੇ, ਬਟ ਸਾਡਾ ਜਿਹੜਾ ਇੱਥੇ ਕੰਮ ਹੈ ਉਹ ਚੈਰਿਟੀ ਨਾਲੋਂ ਕੋਈ ਘੱਟ ਵੀ ਨਹੀਂ ਹੈ। ਗੁਰਪ੍ਰੀਤ ਜੀ, ਕੋਈ ਜ਼ਮਾਨਾ ਸੀਗਾ ਜਦੋਂ ਬਲੋਕੇਜ ਹੁੰਦੀ ਸੀਗੀ ਨਾੜੀਆਂ ਦੀ, ਤਾਂ ਕੇਵਲ ਇੱਕ ਹੀ ਰਹਿ ਜਾਂਦਾ ਸੀ ਕਿ ਆਪਰੇਸ਼ਨ ਹੋਊਗਾ ਦਿਲ ਦਾ, ਜਿਹੜਾ ਕਿ ਲੋਕ ਬੜਾ ਡਰਦੇ ਸੀਗੇ। ਉਹਦੇ 'ਚ ਮੋਰਟੈਲਿਟੀ ਰੇਟ ਉਹਦੇ ਵਿੱਚ ਵੀ ਆ ਜਾਂਦਾ ਸੀਗਾ ਕਿ ਹਾਰਟ ਦੇ ਆਪਰੇਸ਼ਨ ਐਸੇ ਸੀਗੇ। ਔਰ ਜਿਸ ਤਰੀਕੇ ਨਾਲ ਸਟੰਟਿੰਗ, ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਕੈਥ ਲੈਬ ਵੀ ਅਸੀਂ ਇੱਥੇ ਖੋਲ੍ਹਣ ਜਾ ਰਹੇ ਹਾਂ, ਕੀ ਕਹਿਣਾ ਚਾਹੋਗੇ ਕਿ ਸਟੰਟਿੰਗ ਇੱਕ ਐਸਾ ਪ੍ਰੋਸੀਜਰ ਆ ਗਿਆ ਜਿਹਦੇ ਨਾਲ ਬੰਦਾ ਆਪਦੇ 10 ਸਾਲ ਦਾ ਆਪਣੇ ਆਪ ਨੂੰ ਪਹਿਲਾਂ ਅਟੈਚ ਕਰਕੇ ਅੱਗੇ ਜਾ ਸਕਦਾ ਹੈਗਾ, ਚਾਹੇ ਬਲੋਕੇਜ ਹੈਗੀ ਆ, ਕਿੰਨੀ ਵੀ ਬਲੋਕੇਜ ਹੈਗੀ ਆ, ਉਹਨੂੰ ਉਹ ਸਟੰਟਿੰਗ ਦੇ ਨਾਲ ਸਹੀ ਹੋ ਜਾਂਦਾ। ਸਰ ਬਿਲਕੁਲ, ਸਟੈਂਟਿੰਗ ਇੱਕ ਵਰਦਾਨ ਹੈ ਜੋ ਵਿਦ ਟਾਈਮ ਇਹ ਟੈਕਨੀਕ ਨਵੀਂ ਇਵੋਲਵ ਵੀ ਕੀਤੀ ਹੈ ਤੇ ਇਹਦੀ ਨਵੀਂ ਇਨਵੈਂਸ਼ਨ ਵੀ ਹੋਈ ਹੈ ਤੇ ਇਹ ਟੈਕਨੀਕ ਡੇ ਬਾਏ ਡੇ ਨਵੀਂ ਤੋਂ ਨਵੀਂ ਇਹਦੇ ਸਟੈਂਟਿੰਗ ਦੇ ਵਿੱਚ ਵੀ ਨਵੀਆਂ ਟੈਕਨੀਕਸ ਇਵੋਲਵ ਹੋ ਰਹੀਆਂ। ਪਹਿਲਾਂ ਹੁੰਦਾ ਸੀ ਅੱਜ ਤੋਂ 20-25 ਸਾਲ ਪਹਿਲਾਂ ਕਿ ਪੇਸ਼ੈਂਟ ਨੂੰ ਕਿਸੇ ਨੂੰ ਹਾਰਟ ਅਟੈਕ ਹੋ ਗਿਆ ਤਾਂ ਖੂਨ ਪਤਲੇ ਕਰਨ ਦਾ ਟੀਕਾ ਲਾ ਦਿੰਦੇ ਸੀ, ਜਿਸ ਨਾਲ ਹੁੰਦਾ ਸੀ ਕਿ ਟੀਕੇ ਤੇ ਨਿਰਭਰ ਕਰਦਾ ਸੀ ਵੀ ਕੀ ਹੋ ਗਿਆ, ਕੀ ਹੋਣਾ ਹੈ, ਫਿਊਚਰ ਨਹੀਂ ਸੀ ਪਤਾ। ਹੁਣ ਸਟੈਂਟਿੰਗ ਦੇ ਵਿੱਚ ਇਹ ਹੈ, ਪਹਿਲਾਂ ਐਂਜੀਓਗ੍ਰਾਫੀ ਕੀਤੀ ਜਾਂਦੀ ਹੈ, ਫਿਰ ਪੇਸ਼ੈਂਟ ਦੇ ਹਾਰਟ ਦੀ ਜਿਹੜੇ ਨਸਾਂ ਹੈ ਉਹਨਾਂ ਦਾ ਪਤਾ ਲੱਗ ਜਾਂਦਾ ਕਿੱਥੇ ਬਲੋਕੇਜ ਹੈ, ਤਾਂ ਅਕੋਰਡਿੰਗਲੀ ਜੇ ਪੇਸ਼ੈਂਟ ਦੇ ਸਟੈਂਟਿੰਗ ਪੋਸੀਬਲ ਹੈ ਤਾਂ ਸਟੈਂਟਿੰਗ ਹੋ ਜਾਂਦੀ ਹੈ। ਸਟੈਂਟਿੰਗ ਦਾ ਵੀ ਇਹ ਹੈ ਕਿ ਪਹਿਲਾਂ ਕੀ ਕਹਿੰਦੇ ਪੈਰ 'ਚੋਂ ਕੀਤੀ ਜਾਂਦੀ ਸੀ, ਅੱਜ ਕੱਲ੍ਹ ਤਾਂ ਪੇਸ਼ੈਂਟ ਦੀ ਜਿਹੜੀ ਐਂਜੀਓਗ੍ਰਾਫੀ ਹੈ, ਸਟੈਂਟਿੰਗ ਹੈ, ਉਹ ਕੇਵਲ ਅਸੀਂ ਹੱਥ ਦੀ ਨਾੜ 'ਚੋਂ ਹੀ ਕਰ ਦਿੰਦੇ ਹਾਂ ਤੇ ਮੈਕਸਿਮਮ ਸਟੈਂਟਿੰਗ ਦਾ ਘੰਟਾ-1.5 ਘੰਟੇ ਦਾ ਪ੍ਰੋਸੀਜਰ ਹੁੰਦਾ ਤੇ ਪੇਸ਼ੈਂਟ 24 ਤੋਂ 48 ਘੰਟੇ ਦੇ ਵਿੱਚ ਪੇਸ਼ੈਂਟ ਡਿਸਚਾਰਜ ਹੋ ਜਾਂਦਾ ਹੈ। ਪੇਸ਼ੈਂਟ ਖੁਦ ਚੱਲ ਕੇ ਜਾਂਦਾ ਹੈ। ਤਾਂ ਇਹ ਇੱਕ ਬੜੀ ਰੈਵੋਲੂਸ਼ਨ ਆ ਚੁੱਕੀ ਹੈ ਸਾਇੰਸ ਦੇ ਵਿੱਚ, ਸਪੈਸ਼ਲੀ ਕਾਰਡੀਓਲੋਜੀ ਦੇ ਫੀਲਡ ਦੇ ਵਿੱਚ, ਕਿ ਪੇਸ਼ੈਂਟ 24 ਤੋਂ 48 ਘੰਟੇ ਦੇ ਵਿੱਚ ਹੱਸਦਾ ਵਸਦਾ ਆਪਣੇ ਘਰ ਪਹੁੰਚ ਜਾਂਦਾ ਹੈ। ਇਸ ਤੋਂ ਇਲਾਵਾ ਕੁਝ ਲੋਕਾਂ ਦੇ ਵਿੱਚ ਹੁੰਦਾ ਹੈ ਕਿ ਜਦੋਂ ਐਂਜੀਓਗ੍ਰਾਫੀ 'ਚ ਸਟੈਂਟਿੰਗ ਪੋਸੀਬਲ ਨਹੀਂ ਹੁੰਦੀ ਜਾਂ ਬਲੋਕੇਜ ਇਸ ਹੱਦ ਤੱਕ ਹੁੰਦੀ ਹੈ ਕਿ ਜਾਂ ਤਾਂ ਉਹਨਾਂ ਨੂੰ ਸਿਰਫ ਦਵਾਈਆਂ ਤੇ ਰੱਖਣਾ ਪੈਂਦਾ ਹੈ ਜਾਂ ਫਿਰ ਕੁਝ ਕੇਸਿਸ ਦੇ ਵਿੱਚ ਉਹਨਾਂ ਨੂੰ ਬਾਈਪਾਸ ਕਰਵਾਉਣੀ ਪੈਂਦੀ ਹੈ। ਬਟ ਡੈਫੀਨੇਟਲੀ ਮੈਜੋਰਿਟੀ ਆਫ ਦਾ ਕੇਸਿਸ ਦੇ ਵਿੱਚ ਜਿਹੜੀ ਹੈਗੀ ਹੈ 70 ਤੋਂ 80% ਕੇਸਿਸ ਦੇ ਵਿੱਚ ਇਹ ਸਟੈਂਟਿੰਗ ਜਿਹੜੀ ਹੈਗੀ ਹੈ ਪੋਸੀਬਲ ਹੁੰਦੀ ਹੈ, ਜੋ ਕਿ ਕੇਵਲ ਪੇਸ਼ੈਂਟ ਦੇ ਲਈ ਨਹੀਂ, ਸਮਾਜ ਦੇ ਲਈ ਵੀ ਇੱਕ ਬਹੁਤ ਮਹੱਤਵਪੂਰਨ ਗੱਲ ਹੈ ਕਿ ਬੜਾ ਕਨਵੀਨੀਅੰਟ ਹੈ ਕਿ ਪੇਸ਼ੈਂਟ 24 ਤੋਂ 48 ਘੰਟੇ ਵਿੱਚ ਘਰ ਪਹੁੰਚ ਜਾਂਦੇ ਤਾਂ ਆਪਣੀ ਫੈਮਿਲੀ ਨਾਲ ਮੁੜ ਆਪਣੀ ਜਿਹੜੀ ਡੇਲੀ ਰੂਟੀਨ ਹੈ ਸ਼ੁਰੂ ਕਰ ਸਕਦੇ। ਤਾਂ ਸਰ ਤੁਹਾਡਾ 20 ਸਾਲ ਦਾ ਲੰਬਾ ਤਜਰਬਾ ਔਰ ਕਈ ਪੇਸ਼ੈਂਟ ਤੁਹਾਡਾ 15-15 ਸਾਲ ਦੇ ਅਟੈਚ ਹੈ, ਤੁਸੀਂ ਇੱਕ ਪ੍ਰੀਵੈਂਟਿਵ ਡਾਕਟਰ ਮੰਨੇ ਜਾਂਦੇ ਹੋ, ਜਿਹੜੇ ਐਂਜੀਓਗ੍ਰਾਫੀ ਤੋਂ, ਜਿਹੜੇ ਸਟੰਟਿੰਗ ਤੋਂ, ਜਿਹੜੇ ਆਪਰੇਸ਼ਨਾਂ ਤੋਂ ਬਚਾਉਣ ਵਾਲੇ ਡਾਕਟਰ ਮੰਨੇ ਜਾਂਦੇ ਹੋ। ਕਿਉਂ ਲੋਕ ਤੁਹਾਨੂੰ ਇਦਾਂ ਦੇ ਮਤਲਬ ਤੁਹਾਨੂੰ ਸੰਗਤ ਦਿੰਦੇ, ਉਹਨਾਂ ਨੂੰ ਉਹ ਲੱਗਦਾ ਕਿ ਜੇ ਅਸੀਂ ਗੁਰਪ੍ਰੀਤ ਕੋਲ ਚਲੇ ਜਾਵਾਂਗੇ ਤਾਂ ਸਾਡੀ ਸਟੰਟਿੰਗ ਨਹੀਂ ਹੋਊਗੀ, ਉਹ ਸਾਨੂੰ ਆਪਣੇ ਸਟਾਈਲ ਦੇ ਨਾਲ, ਆਪਣੀ ਲਾਈਫ ਸਟਾਈਲ ਦੇ ਨਾਲ, ਆਪਣੇ ਡਾਈਟ ਚਾਰਟਸ ਦੇ ਨਾਲ, ਆਪਣੀ ਕਾਉਂਸਲਿੰਗ ਦੇ ਨਾਲ ਹੀ, ਜਿੱਦਾਂ ਤੁਸੀਂ ਬਹੁਤ ਸਾਰੇ ਪੇਸ਼ੈਂਟਸ ਨੂੰ ਆਪਣੇ ਨਾਲ ਅਟੈਚ ਕੀਤਾ ਹੋਇਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਸਰ ਐਵੇਂ ਹੈ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ, ਇੱਕ ਕਹਾਵਤ ਹੈ। ਤਾਂ ਡੈਫੀਨੇਟਲੀ ਇਹ ਸਾਰੀ ਫੀਲਡ 'ਚ ਲਾਗੂ ਹੁੰਦੀ ਹੈ ਤੇ ਕਾਰਡੀਓਲੋਜੀ ਦੀ ਫੀਲਡ 'ਚ ਖਾਸ ਕਰਕੇ ਲਾਗੂ ਹੁੰਦੀ ਹੈ। ਤਾਂ ਪ੍ਰੀਵੈਂਸ਼ਨ ਕਿਵੇਂ, ਜੋ ਹਾਰਟ ਦੀ ਬਿਮਾਰੀ ਹੈ ਇਹ ਬੇਸਿਕਲੀ ਇੱਕ ਲਾਈਫ ਸਟਾਈਲ ਦੀ ਬਿਮਾਰੀ ਹੈ। ਨੋ ਡਾਊਟ ਇਹ ਬਿਮਾਰੀ ਫੈਮਲੀਜ਼ ਦੇ ਵਿੱਚ ਰਨ ਕਰਦੀ ਹੈ, ਬਟ ਇਹ ਇੱਕ ਪ੍ਰੀਵੈਂਟਿਵ ਬਿਮਾਰੀ ਹੈ ਜਿਸ ਦੇ ਵਿੱਚ ਵਧੀਆ ਡਾਈਟ, ਜ਼ਿਆਦਾ ਹਾਈ ਕੋਲੇਸਟ੍ਰੋਲ ਡਾਈਟ, ਜ਼ਿਆਦਾ ਮਿੱਠੇ ਵਾਲੀ ਡਾਈਟ, ਜ਼ਿਆਦਾ ਜਿਹੜਾ ਜੰਕ ਫੂਡ ਅੱਜ ਕੱਲ੍ਹ ਚੱਲਿਆ ਹੋਇਆ ਹੈ ਜਾਂ ਜ਼ਿਆਦਾ ਐਲਕੋਹਲ ਵਗੈਰਾ ਇਨਟੇਕ ਤੇ ਪ੍ਰੋਪਰ ਐਕਸਰਸਾਈਜ਼, ਜਿਵੇਂ ਕਿ 30 ਮਿੰਟ ਜਿਹੜੀ ਬ੍ਰਿਸਕ ਵਾਕਿੰਗ ਐਵਰੀ ਡੇ, ਹਫਤੇ 'ਚ 5 ਦਿਨ, ਤੇ ਰੈਗੂਲਰ ਆਪਣਾ ਪ੍ਰੋਪਰ ਡਾਈਟ ਮੇਨਟੇਨ ਕਰਕੇ ਪੇਸ਼ੈਂਟ ਇਹਨਾਂ ਚੀਜ਼ਾਂ ਤੋਂ, ਆਮ ਆਦਮੀ ਇਹਨਾਂ ਚੀਜ਼ਾਂ ਤੋਂ ਬਚ ਸਕਦਾ ਹੈ। ਬਟ ਡੈਫੀਨੇਟਲੀ ਇਹ ਬਿਮਾਰੀਆਂ ਜਿੱਥੇ ਕਿਤੇ ਪਹਿਲਾਂ ਆਪਾਂ ਕਹਿੰਦੇ ਸੀ ਵੀ 50 ਸਾਲ ਤੋਂ ਉੱਤੇ ਹੁੰਦੀਆਂ ਜਾਂ ਵੱਡੀ ਉਮਰ 'ਚ ਹੁੰਦੀਆਂ, ਅੱਜ ਕੱਲ੍ਹ ਕੁਝ ਲੋਕਾਂ ਵਿੱਚ ਇਹ ਬਿਮਾਰੀਆਂ 30-35 ਸਾਲ ਤੇ ਹੋਣੀਆਂ ਸ਼ੁਰੂ ਹੋ ਗਈਆਂ। ਉਹਨਾਂ ਪੇਸ਼ੈਂਟਸ ਦੇ ਵਿੱਚ ਇਹ ਹੁੰਦਾ ਜੀ, ਜਾਂ ਤਾਂ ਉਹਨਾਂ ਦੇ ਫੈਮਲੀਜ਼ ਦੇ ਵਿੱਚ ਡਿਜ਼ੀਜ਼ ਹੁੰਦੀ ਹੈ, ਜਾਂ ਉਹਨਾਂ ਨੂੰ ਡਾਇਬਟੀਜ਼ ਹੁੰਦੀ ਹੈ, ਜਾਂ ਕੁਝ ਲੋਕ ਸਮੋਕਰ ਹੁੰਦੇ ਹੈ, ਜਾਂ ਮੋਟਾਪਾ ਇੱਕ ਬਹੁਤ ਵੱਡੀ ਸਮੱਸਿਆ ਹੈ, ਜਾਂ ਈਟਿੰਗ ਹੈਬਿਟਸ ਹੁੰਦੀਆਂ। ਤਾਂ ਇਹ ਚੀਜ਼ਾਂ ਤੇ ਜੇ ਆਪਾਂ ਰੋਕ ਪਾ ਲਈਏ, ਜਿਹਨੂੰ ਆਪਾਂ ਕਹਿੰਦੇ ਕਿ ਪ੍ਰੀਵੈਂਟਿਵ ਲਾਈਫਸਟਾਈਲ ਮੋਡੀਫਿਕੇਸ਼ਨਸ, ਤਾਂ ਇਹ ਚੀਜ਼ਾਂ ਜੇ ਆਪਾਂ ਕਰ ਲਈਏ ਤਾਂ ਅੱਧੀ ਬਿਮਾਰੀ ਤਾਂ ਵੈਸੇ ਹੀ ਡਿਲੇ ਹੋ ਜਾਂਦੀ ਹੈ ਜਾਂ ਰੋਕੀ ਜਾ ਸਕਦੀ ਹੈ। ਸੋ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਜੇ ਆਪਾਂ ਇਹਨਾਂ ਚੀਜ਼ਾਂ ਨੂੰ ਆਪਾਂ ਠੱਲ ਪਾ ਲਾਂਗੇ ਤਾਂ ਆਪਾਂ ਡੈਫੀਨੇਟਲੀ ਹਾਰਟ ਦੀਆਂ ਅੱਧੀਆਂ ਬਿਮਾਰੀਆਂ ਆਪਣੇ ਆਪ ਡਿਲੇ ਹੋ ਜਾਣਗੀਆਂ ਜਾਂ ਉਹਨਾਂ ਨੂੰ ਟ੍ਰੀਟਮੈਂਟ ਕਰਨਾ ਬਹੁਤ ਈਜ਼ੀ ਹੋ ਜਾਊਗਾ। ਜਿੱਦਾਂ ਤੁਸੀਂ ਸ਼ੂਗਰ ਦੀ ਗੱਲ ਕੀਤੀ, ਡਾਇਬਟੀਜ਼ ਦੀ ਗੱਲ ਕੀਤੀ, ਇੰਡੀਆ ਦਾ ਜਿਹੜਾ ਹੈਗਾ ਕੈਪੀਟਲ ਬਣਨ ਜਾ ਰਿਹਾ ਡਾਇਬਟੀਜ਼ ਦੀ, ਕੀ ਕਹਿਣਾ ਚਾਹੋਗੇ ਕਿ ਉਹਦਾ ਵੀ ਜਿਹੜਾ ਹੈਗਾ ਇੱਕ ਬਹੁਤ ਮਾੜਾ ਪ੍ਰਭਾਵ, ਉਹਦੇ ਨਾਲ ਵੀ ਹਾਰਟ ਦੇ ਪੇਸ਼ੈਂਟ ਜਿਹੜੇ ਹੈਗੇ ਆ ਉਹਨਾਂ ਦੀ ਸੰਖਿਆ ਵੱਧਦੀ ਜਾ ਰਹੀ ਹੈ?
ਸਰ ਬਿਲਕੁਲ ਹਾਰਟ ਦੀ ਬਿਮਾਰੀਆਂ ਵਿੱਚ ਜੋ ਮੇਨ ਵੈਸੇ ਤਾਂ ਜਿਵੇਂ ਕਈ ਚੀਜ਼ਾਂ ਹੈਗੀਆਂ, ਮੋਟਾਪਾ ਹੋ ਗਿਆ, ਸ਼ੂਗਰ ਦੀ ਬਿਮਾਰੀ ਹੋ ਗਈ, ਸਮੋਕਿੰਗ ਹੋ ਗਈ, ਜੰਕ ਫੂਡ ਹੋ ਗਿਆ, ਹਾਈ ਕੋਲੇਸਟ੍ਰੋਲ ਹੋ ਗਿਆ, ਹਾਈ ਬੀਪੀ ਹੋ ਗਿਆ, ਜਾਂ ਫੈਮਿਲੀ ਹਿਸਟਰੀ ਹੋ ਗਈ। ਬਟ ਪ੍ਰੈਕਟੀਕਲੀ ਸਪੀਕਿੰਗ ਜਿਹੜੀ ਸ਼ੂਗਰ ਦੀ ਬਿਮਾਰੀ ਹੈ ਇਹ ਮੋਸਟ ਕਾਮਨਲੀ ਆਲਮੋਸਟ ਹਰ ਦੂਜੇ ਮਰੀਜ਼ ਹਾਰਟ ਦੇ ਮਰੀਜ਼ ਵਿੱਚ ਪਾਈ ਜਾਂਦੀ ਹੈ। ਪਲੱਸ ਜੋ ਸਮੋਕਿੰਗ ਦੀ ਬਿਮਾਰੀ ਹੈ ਇਹ ਬੜੀ ਕਾਮਨਲੀ ਮੇਰੇ ਪ੍ਰੈਕਟੀਕਲੀ ਐਕਸਪੀਰੀਅੰਸ ਦੇ ਵਿੱਚ ਸ਼ੂਗਰ ਤੇ ਸਮੋਕਿੰਗ ਜਿਹੜੇ ਲੋਕਾਂ ਦੇ ਵਿੱਚ ਇਹ ਪ੍ਰੈਵਲੈਂਟ ਹੈ ਉਹਨਾਂ ਨੂੰ ਹਾਰਟ ਦੀ ਬਿਮਾਰੀ ਸੂਨਰ ਔਰ ਲੇਟਰ ਲੱਗ ਜਾਂਦੀ ਹੈ। ਤੇ ਜਦੋਂ ਇਹਨਾਂ ਨੂੰ ਲੱਗਦੀ ਹੈ ਤਾਂ ਇਹ ਬਿਮਾਰੀ ਕਾਫੀ ਹੱਦ ਤੱਕ ਵਧੀ ਹੋਈ ਹੁੰਦੀ ਹੈ। ਸ਼ੂਗਰ ਦੇ ਮਰੀਜ਼ਾਂ ਵਿੱਚ ਇਹ ਬਿਮਾਰੀ ਤਾਂ ਜ਼ਿਆਦਾ ਅਹਿਮ ਹੋ ਜਾਂਦੀ ਹੈ ਕਿਉਂਕਿ ਇਹਨਾਂ ਨੂੰ ਸਾਇਲੈਂਟ ਹਾਰਟ ਅਟੈਕ ਹੋ ਜਾਂਦਾ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਪਤਾ ਨਹੀਂ ਲੱਗਦਾ ਕਿ ਸਾਨੂੰ ਸਾਇਲੈਂਟ ਹਾਰਟ ਅਟੈਕ ਹੋ ਰਿਹਾ ਹੈ। ਅਕਸਰ ਉਹ ਐਸਿਡਿਟੀ ਦੇ ਨਾਲ ਕਨਫਿਊਜ਼ ਕਰਦੇ ਰਹਿੰਦੇ ਆ ਜਾਂ ਸਾਇਲੈਂਟ ਬਲੌਕੇਜ ਹੋ ਜਾਂਦੀ ਹੈ। ਪਤਾ ਉਦੋਂ ਲੱਗਦਾ ਹੈ ਜਦੋਂ ਪਾਣੀ ਸਿਰ ਉੱਤੋਂ ਟੱਪ ਜਾਂਦਾ ਹੈ। ਤਾਂ ਇਸ ਕਰਕੇ ਆਪਣੇ ਡੈਫੀਨੇਟਲੀ ਇੰਡੀਆ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਡਾਇਬਟੀਜ਼ ਦੀ ਕੈਪੀਟਲ ਬਣਨ ਜਾ ਰਿਹਾ। ਤਾਂ ਉਹਦੇ ਲਈ ਆਪਾਂ ਨੂੰ ਇਹ ਕਿ ਇੱਕ ਤਾਂ ਰੈਗੂਲਰ ਬਲੱਡ ਸ਼ੂਗਰ ਸਕਰੀਨਿੰਗ ਚਾਹੀਦੀ ਹੈ। ਜਿਨ੍ਹਾਂ ਦੀ ਫੈਮਿਲੀ ਹਿਸਟਰੀ ਪੋਜ਼ਿਟਿਵ ਹੈ ਉਹਨਾਂ ਨੂੰ ਟਾਈਮ ਟੂ ਟਾਈਮ ਆਪਣਾ ਸ਼ੂਗਰ ਦੀ ਜਾਂਚ, ਫਾਸਟਿੰਗ ਬਲੱਡ ਸ਼ੂਗਰ ਜਾਂ 3 ਮਹੀਨਿਆਂ ਵਾਲੀ ਬਲੱਡ ਸ਼ੂਗਰ ਜਿਹਨਾਂ ਨੂੰ ਅਸੀਂ ਗਲਾਈਕੋਸਾਈਲੇਟਡ ਹੀਮੋਗਲੋਬਿਨ ਕਹਿੰਦੇ ਹਾਂ ਉਹ ਚੈੱਕ ਕਰਵਾਉਣਾ ਚਾਹੀਦਾ। ਪਲੱਸ ਆਪਣੇ ਰੂਟੀਨ ਟੈਸਟ, ਬਲੱਡ ਟੈਸਟ ਸਭ ਤੋਂ ਇੰਪੋਰਟੈਂਟ ਹੋ ਗਿਆ ਜਿਹੜਾ ਬਲੱਡ ਕੋਲੇਸਟ੍ਰੋਲ ਲੈਵਲ ਜਿਹੜਾ ਹੈਗਾ ਉਹ ਚੈੱਕ ਕਰਵਾਉਣਾ ਚਾਹੀਦਾ। ਤੇ ਜੇ ਕੁਝ ਇਹਨਾਂ ਦੇ ਵਿੱਚ ਕੁਝ ਤਬਦੀਲੀ ਜਾਂ ਕੋਈ ਅਬਨੋਰਮਲ ਰਿਪੋਰਟ ਪਾਈ ਜਾਂਦੀ ਹੈ ਤਾਂ ਉਹ ਆਪਾਂ ਰਾਈਟ ਟਾਈਮ ਤੇ ਇੰਟਰਵੈਨ ਕਰ ਸਕਦੇ ਹਾਂ। ਸਾਨੂੰ ਝਕਣਾ ਨਹੀਂ ਚਾਹੀਦਾ ਕਿ ਅਸੀਂ ਉਹਦੀ ਟ੍ਰੀਟਮੈਂਟ ਨਹੀਂ ਕਰਾਉਣੀ, ਸਾਨੂੰ ਦਵਾਈ ਲੱਗ ਜੂਗੀ। ਰੈਦਰ ਜੇ ਅਸੀਂ ਉਹਨੂੰ ਇੰਟਰਵੈਨ ਕਰ ਲਾਂਗੇ ਤਾਂ ਇਹ ਸਾਰੀ ਜਿਹੜੀਆਂ ਬਿਮਾਰੀਆਂ ਇਹਨਾਂ ਨੂੰ ਅੱਗੇ ਹਾਰਟ ਦੀ ਬਿਮਾਰੀ ਤੋਂ ਅਸੀਂ ਟਾਈਮਲੀ ਰੋਕ ਸਕਦੇ ਹਾਂ ਤੇ ਇੱਕ ਲੰਮੀ ਉਮਰ ਦੀ ਤੇ ਹੈਲਦੀ ਜਿਹੜੀ ਹੈਗੀ ਹੈ ਬਾਡੀ ਦੀ ਕਾਮਨਾ ਕਰ ਸਕਦੇ ਹਾਂ। ਡਾਕਟਰ ਜਿੱਦਾਂ ਤੁਸੀਂ ਸ਼ੂਗਰ ਦੀ ਗੱਲ ਕੀਤੀ ਹੈ, ਅੱਜ ਕੱਲ੍ਹ ਕੀ ਹੈ ਕਿ ਸ਼ੂਗਰ ਜਦੋਂ ਬੰਦੇ ਨੂੰ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਲੋਕਾਂ ਨੂੰ ਲੱਗਦਾ ਕਿ ਇਹਨੂੰ ਵਿਚਾਰਾ ਵਰਡ ਆਉਣ ਲੱਗ ਗਿਆ ਕਿ ਵਿਚਾਰੇ ਨੂੰ ਸ਼ੂਗਰ ਹੋਈ ਆ, ਖਵਾ ਦੋ ਨੂਣ ਵਾਲਾ, ਭੁਜੀਏ, ਪਕੌੜੀਆਂ, ਮੱਠੀਆਂ। ਕੀ ਕਹਿਣਾ ਚਾਹੋਗੇ ਕਿ ਉਹ ਜਿਹੜਾ ਸਾਰਾ ਜ਼ਹਿਰ ਜਦੋਂ ਬੰਦਾ ਸ਼ੂਗਰ ਵਾਲਾ ਲੈਂਦਾ ਤੇ ਉਹਨੂੰ ਤਾਂ ਘਿਓ ਦੇ ਖਿਚੜੀ ਵਾਂਗੂ ਹਾਰਟ ਵਾਲਾ ਜਿਹੜਾ ਬੰਦਾ ਹਾਰਟ ਦਾ ਉਹਨੂੰ ਕਹੀ ਜਾਂਦਾ ਵੀ ਆ ਜਾ ਕੇ ਨਾ ਜਲਦੀ ਜਲਦੀ। ਕੀ ਕਹਿਣਾ ਚਾਹੋਗੇ? ਸਰ ਸ਼ੂਗਰ ਦੀ ਬਿਮਾਰੀ ਇਸ ਤਰ੍ਹਾਂ ਦੀ ਹੈ ਕਿ ਸਭ ਤੋਂ ਪਹਿਲਾਂ ਬੰਦਾ ਡਿਪਰੈਸ਼ਨ 'ਚ ਆ ਜਾਂਦਾ ਕਿ ਮੈਨੂੰ ਸ਼ੂਗਰ ਹੋ ਗਈ, ਹੁਣ ਮੈਨੂੰ ਪਤਾ ਨਹੀਂ ਕੀ ਹੋਊਗਾ। ਸੋ ਸਭ ਤੋਂ ਪਹਿਲਾਂ ਤੇ ਫਿਰ ਬੰਦਾ ਇਸ ਗੱਲੋਂ ਝੱਕਦਾ ਕਿ ਮੈਨੂੰ ਸ਼ੂਗਰ ਦੀ ਜੇ ਗੋਲੀ ਲੱਗ ਗਈ ਤਾਂ ਪੂਰੀ ਉਮਰ ਲੱਗੀ ਰਹੂਗੀ। ਇਸ ਕਰਕੇ ਸਭ ਤੋਂ ਪਹਿਲਾਂ ਬੰਦਾ ਚਾਹੁੰਦਾ ਕਿ ਮੈਂ ਡਾਈਟਰੀ ਹੈਬਿਟਸ ਨਾਲ, ਆਪਣੀ ਲਾਈਫ ਸਟਾਈਲ ਦੀ ਮੋਡੀਫਿਕੇਸ਼ਨਸ ਨਾਲ ਆਪਣੀ ਸ਼ੂਗਰ ਕੰਟਰੋਲ ਕਰ ਲਾਂ। ਦੇਖੋ ਕੁਝ ਲੋਕਾਂ ਵਿੱਚ ਤਾਂ ਚਲੋ ਕੁਝ ਹੱਦ ਤੱਕ ਤਾਂ ਪੋਸੀਬਲ ਹੈ, ਬਟ ਡੈਫੀਨੇਟਲੀ ਦਵਾਈ ਦੀ ਲੋੜ ਮੈਜੋਰਟੀ ਆਫ ਦੇ ਕੇਸਿਸ ਵਿੱਚ ਪੈਂਦੀ ਹੈ। ਸਾਨੂੰ ਇੰਟਰਵੈਂਸ਼ਨ ਕਰਨ ਤੋਂ ਪਹਿਲੀ ਗੱਲ ਤਾਂ ਜਿਹੜੇ ਬੰਦੇ ਨੂੰ ਸ਼ੂਗਰ ਹੁੰਦੀ ਹੈ ਉਹ ਆਪਣੇ ਪੂਰਾ ਜਾਂਚ ਕਰਵਾਵੇ ਸ਼ੂਗਰ ਕਿੰਨੀ ਦੇਰ ਤੋਂ ਹੈ। 3 ਮਹੀਨਿਆਂ ਦੇ ਬਲੱਡ ਟੈਸਟ ਜਿਹੜੇ ਸ਼ੂਗਰ ਦਾ ਪਤਾ ਲੱਗ ਜਾਂਦਾ ਹੈ, ਜਿਵੇਂ HbA1c ਹੋ ਗਿਆ ਜਾਂ ਬਲੱਡ ਕੋਲੇਸਟ੍ਰੋਲ ਲੈਵਲ ਵੀ ਇਹ ਜਿਹੇ ਲੋਕਾਂ ਦਾ ਵਧਿਆ ਹੁੰਦਾ ਹੈ, ਯੂਰਿਕ ਐਸਿਡ ਵਧਿਆ ਹੁੰਦਾ ਹੈ, ਸਪੈਸ਼ਲੀ ਕਿਡਨੀਆਂ 'ਤੇ ਅਸਰ ਪੈ ਸਕਦਾ ਹੈ, ਅੱਖਾਂ ਦੇ ਪਰਦਿਆਂ 'ਤੇ ਅਸਰ ਪੈ ਸਕਦਾ ਹੈ। ਇਹ ਸਾਰੇ ਇਕੱਲੇ ਸ਼ੂਗਰ ਇੱਕ ਚੀਜ਼ ਨੂੰ ਇਫੈਕਟ ਨਹੀਂ ਕਰਦੀ। ਸ਼ੂਗਰ ਤਾਂ ਇੱਕ ਸਿਉਂਕ ਹੈ ਜਿਹੜੇ ਪੂਰੇ ਸਰੀਰ ਨੂੰ ਖਾ ਜਾਂਦੀ ਹੈ। ਤਾਂ ਪੂਰੀ ਬੋਡੀ ਦੇ ਟੈਸਟ ਇਹ ਕਰਵਾਉਣੇ ਬਣਦੇ ਹੈ ਤੇ ਜੋ ਐਬਨੋਰਮੈਲਿਟੀ ਸ਼ੂਗਰ ਕਰਕੇ ਆਉਂਦੀ ਹੈ ਉਹ ਆਪਾਂ ਠੀਕ ਕਰਨੀਆਂ ਮੰਗਦੇ ਹਾਂ ਕਿਉਂਕਿ ਸ਼ੂਗਰ ਕੰਟਰੋਲ ਤਾਂ ਹੋ ਜੂਗੀ, ਬਟ ਸ਼ੂਗਰ ਕਰਕੇ ਜਿਹੜੇ ਐਂਡ ਆਰਗਨ ਡੈਮੇਜ ਹੈ ਜਿਸ ਤਰ੍ਹਾਂ ਕਿਡਨੀਜ਼, ਹਾਰਟ, ਬ੍ਰੇਨ, ਆਈਜ਼ ਜਾਂ ਬਲੱਡ ਕੋਲੇਸਟ੍ਰੋਲ ਲੈਵਲ ਇਹ ਵੀ ਨਾਲ ਠੀਕ ਕਰਨਾ ਆਪਾਂ ਮੰਗਦੇ ਹਾਂ। ਸੋ ਸ਼ੂਗਰ ਵਾਲੇ ਮਰੀਜ਼ਾਂ ਨੂੰ ਇਹੀ ਮੈਸੇਜ ਹੈ ਕਿ ਇੱਕ ਪ੍ਰੋਪਰ ਡਾਈਟੀਸ਼ੀਅਨ ਤੋਂ ਆਪਣਾ ਡਾਈਟ ਚਾਰਟ ਤਾਂ ਫੋਲੋ ਕਰਵਾਓ, ਹੈਲਦੀ ਲਾਈਫ ਸਟਾਈਲ ਰੱਖੋ, ਕੋਈ ਪੈਨਿਕ ਕਰਨ ਦੀ ਲੋੜ ਨਹੀਂ। ਡਾਇਬਟੀਜ਼ ਜਿਹੜੀ ਹੈ ਟ੍ਰੀਟੇਬਲ ਹੈ, ਬਿਲਕੁਲ ਪੂਰੀ ਤੇ ਪੂਰੀ ਟ੍ਰੀਟੇਬਲ ਹੈ। ਬੰਦਾ ਡੈਡੀਕੇਟਿਡਲੀ ਲਾਈਫ ਸਟਾਈਲ ਫੋਲੋ ਕਰੇ, ਇੱਕ ਪ੍ਰੋਪਰ ਡਾਈਟ ਚਾਰਟ ਫੋਲੋ ਕਰੇ, ਪਲੱਸ ਰੈਗੂਲਰ ਆਪਣੀ ਮੈਡੀਸਿਨਸ ਲਵੇ ਤੇ ਰੈਗੂਲਰ ਆਪਣੇ ਬਾਡੀ ਦੇ ਟੈਸਟ ਕਰਵਾਉਂਦਾ ਰਹੇ ਤੇ ਆਪਾਂ ਜਿਹਨੂੰ ਕਹਿੰਦੇ ਕਿ ਦਵਾਈਆਂ ਤੋਂ ਡਿਫਾਲਟਰ ਨਾ ਬਣੇ। ਡਾਕਟਰ ਸਾਹਿਬ ਲੋਕ ਕੀ ਕਰਦੇ ਨੇ ਕਿ ਜਦੋਂ ਹਾਰਟ ਦੀ ਪ੍ਰੋਬਲਮ ਆ ਜਾਂਦੀ ਹੈ ਉਹਨਾਂ ਨੂੰ ਜਾਂ ਲੱਗਦਾ ਥੋੜਾ ਜਿਹਾ ਤੇ ਉਹ ਬਚਣ ਵਾਲਾ ਢੰਗ ਆਪਦੇ ਆਪ ਨੂੰ ਭਾਲਦੇ ਰਹਿੰਦੇ ਵੀ ਬਚਾਂਗੇ, ਬਚੀਏ, ਕੋਈ ਗੱਲ ਨਹੀਂ। ਔਰ ਉਹ ਬਚਣ ਦੇ ਵਿੱਚ ਹੀ ਆਪਣੇ ਆਪ ਨੂੰ ਹੀ ਜਿੱਦਾਂ ਇੱਕ ਫਾਲਸ ਜਿਹੜਾ ਹੈਗਾ ਝੂਠਾ ਆਪਣੇ ਆਪ ਨੂੰ ਦਿਲਾਸਾ ਦੇਣਾ, ਕਦੇ ਮੈਂ ਆਹ ਦੇਸੀ ਖਾ ਲਈ, ਮੇਰਾ ਉਹਦੇ ਨਾਲ ਮੇਰਾ BP ਨਹੀਂ ਵੱਧਦਾਗਾ, ਆਹ ਲੈ ਲਿਆ। ਕੀ ਕਹਿਣਾ ਚਾਹੋਗੇ ਕਿ ਜਦੋਂ ਬੰਦਾ ਨੂੰ ਥੋੜਾ ਜਿਹਾ ਐਂਜ਼ਾਈਟੀ ਆਉਣੀ ਸ਼ੁਰੂ ਹੋ ਜਾਂਦੀ ਹੈ, BP ਵਧਣਾ ਸ਼ੁਰੂ ਹੋ ਜਾਂਦਾ, ਉਸ ਤੋਂ ਬਾਅਦ ਉਹਨੂੰ ਇਹ ਸੋਚਣਾ ਚਾਹੀਦਾ ਕਿ ਮੈਂ ਹਾਰਟ ਦੇ ਬਿਲਕੁਲ ਨੇੜੇ ਹੀ ਹਾਂ, ਕਿ ਮੈਨੂੰ ਅਟੈਕ ਜਿਹੜਾ ਹੈਗਾ ਉਹ ਆ ਸਕਦਾ ਔਰ ਮੈਂ ਕਿਸੇ ਕੁਆਲੀਫਾਈਡ ਡਾਕਟਰਸ ਕੋਲ ਜਾ ਕੇ ਉਹਨਾਂ ਦੇ ਨਾਲ ਕੰਸਲਟ ਕਰਾਂ। ਸਰ ਆਪਣੇ ਇੱਕ ਨਾ ਸਮਾਜ ਦੇ ਵਿੱਚ ਐਂਡ ਪ੍ਰੈਕਟੀਕਲੀ ਸਪੀਕਿੰਗ ਜੋ ਮੈਂ ਦੇਖਿਆ ਇੱਕ ਇਹ ਹੈਗੀ ਕਿ ਆਪਾਂ ਨਾ ਆਪਣੇ ਕੀ ਕਹਿੰਦੇ ਮਨ ਨੂੰ ਦਿਲਾਸਾ ਦੇ ਲੈਂਦੇ ਵੀ ਮੈਨੂੰ ਇਹ ਬਿਮਾਰੀ ਲੱਗ ਨਹੀਂ ਸਕਦੀ, ਜੇ ਲੱਗੀ ਵੀ ਹੈ ਤਾਂ ਮੈਂ ਆਪਣੇ ਆਪ ਠੀਕ ਕਰ ਲੂੰਗਾ, ਜਾਂ ਲਾਈਫ ਸਟਾਈਲ ਮੋਡੀਫਿਕੇਸ਼ਨ ਹੈ, ਨਮਕ ਘੱਟ ਖਾਣ ਨਾਲ ਜਾਂ ਦੇਸੀ ਕੋਈ ਇਲਾਜ ਕਰਵਾ ਕੇ
ਬਟ ਆਪਾਂ ਇਹ ਮਨ 'ਚ ਹੁੰਦਾ ਵੀ ਇੱਕ ਵਾਰੀ ਜੇ ਦਵਾਈ ਕੋਈ ਲੱਗ ਗਈ ਹਾਰਟ ਦੀ ਜਾਂ ਕੋਈ ਹੋਰ, ਉਹ ਪੂਰੀ ਉਮਰ ਖਾਣੀ ਪਊਗੀ। ਸੋ ਇਸ ਚੀਜ਼ ਤੋਂ ਆਪਾਂ ਨੂੰ ਉੱਪਰ ਉੱਠਣ ਦੀ ਲੋੜ ਹੈ। ਜੇ ਪ੍ਰੋਬਲਮ ਕਿਸੇ ਨੂੰ ਲੱਗਦੀ ਹੈ ਤਾਂ ਆਪਣੇ ਕੋਲ ਅੱਜ ਕੱਲ੍ਹ ਇੰਨੀਆਂ ਟੈਕਨੀਕਸ ਹੈ ਕਿ ਆਪਾਂ ਸਟਾਰਟਿੰਗ ਤੇ ਆਪਾਂ ਨੂੰ ਪਤਾ ਲੱਗ ਸਕਦਾ ਹੈ, ਉਹ ਬਿਮਾਰੀ ਨੂੰ ਬਹੁਤ ਜਲਦੀ ਰੋਕਿਆ ਜਾ ਸਕਦਾ। ਇੱਕ ਵਾਰੀ ਉਹ ਬਿਮਾਰੀ ਨੂੰ ਰੋਕ ਲਿਆ ਤਾਂ ਉਹਨੇ ਆਉਣ ਵਾਲੀ ਕੰਪਲਿਕੇਸ਼ਨਸ ਰੋਕ ਸਕਦੇ ਹਾਂ। ਉਹ ਕਹਿੰਦੇ ਲੌਂਗ ਲਾਈਫ ਤੇ ਹੈਪੀ ਲਾਈਫ, ਇਹ ਚੀਜ਼ ਦੀ ਆਪਾਂ ਕਾਮਨਾ ਕਰ ਸਕਦੇ ਹਾਂ। ਪਰ ਜੇ ਆਪਾਂ ਹਨੇਰੇ 'ਚ ਰਹਾਂਗੇ, ਆਪਣੇ ਕਹਿੰਦੇ ਫੂਲ 'ਚ ਪੈਰਾਡਾਈਜ਼ 'ਚ ਰੱਖਣਾ, ਉਸ 'ਚੋਂ ਸਾਨੂੰ ਬਾਹਰ ਆਉਣ ਦੀ ਲੋੜ ਹੈ। ਤੇ ਉਸ 'ਚੋਂ ਬਾਹਰ ਆਵਾਂਗੇ ਤਾਂ ਸਹੀ ਡਾਕਟਰ ਕੋਲ ਜਾ ਸਕਦੇ ਹਾਂ, ਸਹੀ ਜਾਂਚ ਕਰਵਾ ਸਕਦੇ ਹਾਂ ਤੇ ਨੈਸੈਸਰੀ ਜੋ ਵੀ ਮੈਡੀਕੇਸ਼ਨ ਹੈ ਜਾਂ ਜੋ ਵੀ ਦਵਾਈਆਂ ਉਹ ਆਪਾਂ ਲੈ ਸਕਦੇ ਹਾਂ। ਪਰ ਜੇ ਆਪਾਂ ਅੱਖਾਂ ਮੀਚ ਕੇ ਬੈਠ ਜਾਈਏ ਕਿ ਕੁਝ ਨਹੀਂ ਹੁੰਦਾ, ਉਹ ਫਿਰ ਬੰਨ ਜਦੋਂ ਟੁੱਟ ਗਿਆ ਜਾਂ ਪਾਣੀ ਪੁੱਲ ਤੋਂ ਟੱਪ ਗਿਆ ਤਾਂ ਉਹ ਉਦੋਂ ਫਿਰ ਨੁਕਸਾਨ ਹੋ ਜਾਂਦਾ ਹੈ। ਉਦੋਂ ਡਾਕਟਰ ਕੋਲ ਤਾਂ ਆਪਾਂ ਚਲੇ ਜਾਂਦੇ ਹਾਂ, ਪਰ ਜਿਹੜਾ ਡੈਮੇਜ ਹੈ ਉਹ ਇਰੀਵਰਸੀਬਲ ਹੋ ਜਾਂਦਾ ਹੈ। ਪੇਸ਼ੈਂਟ ਦੀ ਲਾਈਫ ਜਿਹੜੀ ਹੈਗੀ ਹੈ ਉਹ ਬੰਦਾ ਉਹ ਤਾਂ ਚੱਲਦੀ ਰਹਿੰਦੀ ਹੈ, ਬਟ ਕੰਪਲਿਕੇਸ਼ਨਸ ਇੰਨੀਆਂ ਆ ਜਾਂਦੀਆਂ ਕਿ ਉਹ ਲਾਈਫ ਦੀ ਕੁਆਲਿਟੀ ਜਿਹੜੀ ਹੈ ਉਹ ਡਾਊਨ ਹੋ ਜਾਂਦੀ ਹੈ। ਤਾਂ ਸਰ ਕੀ ਕਹਿਣਾ ਚਾਹੋਗੇ ਕਿ ਜਦੋਂ ਹਾਰਟ ਦਾ ਅਟੈਕ ਆ ਗਿਆ, ਤੁਹਾਨੂੰ ਲੱਗਿਆ ਥੋੜਾ ਜਿਹਾ ਕਿ ਤੁਹਾਡੀ ECG ਦੇ ਵਿੱਚ ਥੋੜੀ ਜਿਹੀ ਵੇਰੀਏਸ਼ਨਸ ਆਈਆਂ, ਫਿਰ ਕਿਸੇ ਡਾਕਟਰ ਕੋਲ ਜਾ ਕੇ ਉਹਨਾਂ ਨੂੰ, ਕਿਉਂਕਿ ਟਾਈਮ ਇਜ਼ ਮਸਲ ਉਸ ਸਮੇਂ ਦੇ ਉੱਪਰ, ਔਰ ਅਗਰ ਉਹ ਸਮੇਂ ਰਹਿੰਦੇ ਕਿਸੇ ਵਧੀਆ ਡਾਕਟਰ ਕੋਲ ਚਲੇ ਜਾਵੇ, ਐਂਜੀਓਗ੍ਰਾਫੀ ਕਰਾ ਲੇ, ਔਰ ਅੱਜ ਕੱਲ੍ਹ ਜਿੱਦਾਂ ਮਿਸਕਨਸੈਪਸ਼ਨ ਆ ਕਿ ਐਂਜੀਓਗ੍ਰਾਫੀ ਵਾਲਾ ਐਂਜੀਓਪਲਾਸਟੀ ਕਰ ਦੂਗਾ। ਜਦੋਂ ਤੁਸੀਂ ਪਹਿਲਾਂ ਭਾਈ ਪਕੌੜੇ ਪਨੀਰ ਦੇ ਤੜਕੇ ਪਰੌਂਠੇ ਖਾਧੇ ਵੀ ਆ, ਰਾਤ ਨੂੰ ਮੈਂਗੋ ਸ਼ੇਕਾਂ ਪੀਤੀਆਂ ਵੀਆਂ, ਤਾਂ ਪੰਜਾਬ ਵਾਲੇ ਜਿਹੜੇ ਲੋਕ ਅਸੀਂ ਤਾਂ ਸਾਰੀਆਂ, ਮੈਨੂੰ ਲੱਗਦਾ ਕਿ ਅਗਰ ਸਾਰੇ ਚੈਕਿੰਗ ਕਰਾਉਣਗੇ, ਐਂਜੀਓਗ੍ਰਾਫੀ ਕਰਾਉਣਗੇ, ਤਕਰੀਬਨ ਬਲੌਕਸ ਹੈ ਹੀ। ਔਰ ਉਹਨਾਂ ਨੂੰ ਇਹ ਲੱਗਦਾ ਕਿ ਪੰਜਾਬ ਵਾਲਿਆਂ ਨੂੰ ਕਿ ਸਾਡੇ ਲੋਕਾਂ ਨੂੰ ਇਹ ਲੱਗਦਾ ਕਿ ਜਦੋਂ ਅਸੀਂ ਡਾਕਟਰ ਕੋਲ ਜਾਂਦੇ ਹਾਂ ਐਂਜੀਓਗ੍ਰਾਫੀ ਕਰਾਉਣੇ ਤਾਂ ਐਂਜੀਓਪਲਾਸਟੀ ਹੋ ਗਈ, ਉਹਨੇ ਇਹ ਵੀ ਕਹਿ ਦੇਣ। ਅਰੇ ਕੀ ਕਹਿਣਾ ਚਾਹੋਗੇ ਕਿ ਸਾਨੂੰ ਇਸ ਚੀਜ਼ ਤੋਂ ਉੱਪਰ ਆਉਣਾ ਪਊਗਾ? ਡਾਕਟਰਸ ਦਾ ਕਿਸੇ ਦਾ ਡਾਕਟਰ ਕਿਹੜਾ ਘਰੋਂ ਬਣਾ ਕੇ ਲਿਆਂਦੇ ਪੇਸ਼ੈਂਟ ਨੂੰ ਵੀ ਤੂੰ ਆ ਜਾ ਵੀ ਸਾਡੇ ਕੋਲ ਅਸੀਂ ਤਾਂ ਐਂਜੀਓਗ੍ਰਾਫੀ ਕਰ। ਸਰ ਡੈਫੀਨੇਟਲੀ ਲੋਕਾਂ 'ਚ ਇੱਕ ਬੜਾ ਇੱਕ ਮਿਸਕਨਸੈਪਸ਼ਨ ਹੈ ਰਿਗਾਰਡਿੰਗ ਡਾਕਟਰਸ ਕਿ ਇੱਕ ਵਾਰੀ ਡਾਕਟਰਸ ਕੋਲ ਚਲੇ ਗਏ, ਐਂਜੀਓਗ੍ਰਾਫੀ ਦੀ ਲੋੜ ਪੈ ਗਈ ਤਾਂ ਸਟੈਂਟ ਪੈਣਾ ਹੀ ਪੈਣਾ ਹੈ। ਸਰ ਇਹ ਹਰ ਕੇਸ ਵਿੱਚ ਜ਼ਰੂਰੀ ਨਹੀਂ ਹੁੰਦਾ। ਦੇਖੋ ਸਭ ਤੋਂ ਪਹਿਲਾਂ ਤਾਂ ਕਿਸੇ ਨੂੰ ਜੇ ਕੋਈ ਕਾਰਡਿਕ ਪ੍ਰੋਬਲਮ ਲੱਗਦੀ ਹੈ ਜਾਂ ਚੈਸਟ ਪੇਨ ਲੱਗਦਾ ਹੈ ਤਾਂ ਬੇਸਿਕ ਇਨਵੈਸਟੀਗੇਸ਼ਨਸ ਅਸੀਂ ਕੁਝ ਬਲੱਡ ਦੇ ਟੈਸਟ ਕਰਦੇ ਹਾਂ ਤੇ ਉਹਨਾਂ 'ਚ ਜਿਵੇਂ ਮੋਸਟ ਇੰਪੋਰਟੈਂਟਲੀ ਕੋਲੇਸਟ੍ਰੋਲ ਦਾ ਟੈਸਟ ਕਰਦੇ ਹਾਂ। ਇੱਕ ECG ਇੱਕ ਬੇਸਿਕ ਇਨਵੈਸਟੀਗੇਸ਼ਨ ਹੈ ਸਰ, ਜਿਹੜੀ ਅਸੀਂ ਕੋਈ ਵੀ ਡਾਕਟਰ ਕਰਦਾ ਹੈ। ਕੋਈ ਵੀ ਡਾਕਟਰ ਸਟਾਰਟਿੰਗ ਦੇ ਕਿਸੇ ਪੇਸ਼ੈਂਟ ਨੂੰ ਐਂਜੀਓਗ੍ਰਾਫੀ ਲਈ ਨਹੀਂ ਕਹਿੰਦਾ। ਤੇ ECG ਨਾਰਮਲ ਹੈ। ਫਿਰ ਇੱਕ ਇਕੋ ਜਿਹੜੀ ਹੁੰਦੀ ਜਿਵੇਂ ਹਾਰਟ ਦੀ ਸਕੈਨ, ਜਿਸ 'ਚ ਲੰਪਸਮ ਹਾਰਟ ਦਾ ਆਪਾਂ ਨੂੰ ਪਤਾ ਲੱਗ ਜਾਂਦਾ, ਹਾਰਟ ਦੀ ਪੰਪਿੰਗ ਬਾਰੇ, ਹਾਰਟ ਦੇ ਵਾਲਵ ਬਾਰੇ ਪਤਾ ਲੱਗ ਜਾਂਦਾ ਵੀ ਕੁਝ ਹਾਰਟ ਅਟੈਕ ਹੋਇਆ ਜਾਂ ਡੈਮੇਜ ਹੋਇਆ। ਤੇ ECG ਇਕੋ, ਫਿਰ TMT ਹੋ ਗਈ, ਇਹ ਬੇਸਿਕ ਇਨਵੈਸਟੀਗੇਸ਼ਨ ਹੈ। ਤਾਂ ਸਟ੍ਰੇਟ ਫਾਰਵਰਡਲੀ ਅਸੀਂ ਐਂਜੀਓਗ੍ਰਾਫੀ ਦੇ ਜੰਪ ਅਸੀਂ ਨਹੀਂ ਕਰਦੇ। ਐਂਜੀਓਗ੍ਰਾਫੀ ਅਸੀਂ ਸਿਰਫ ਉਸ ਪੇਸ਼ੈਂਟ ਨੂੰ ਐਡਵਾਈਸ ਕਰਦੇ ਹਾਂ ਜਿਹਦੇ 'ਚ ਪੇਸ਼ੈਂਟ ਦਾ ECG 'ਚ ਕਲੀਅਰ ਹੁੰਦਾ ਹੈ ਕਿ ਪੇਸ਼ੈਂਟ ਨੂੰ ਹਾਰਟ ਅਟੈਕ ਹੋਇਆ। ਤੇ ਐਂਜੀਓਗ੍ਰਾਫੀ ਇਜ਼ ਨਥਿੰਗ ਬਟ ਇਹਦਾ ਇੱਕ ਗੱਲ ਹੈ ਵੀ ਅਸੀਂ ਬੇਸਿਕਲੀ ਹਾਰਟ ਦੀ ਐਨਾਟਮੀ ਜਾਂ ਹਾਰਟ ਦੀ ਅਸੀਂ ਨਸਾਂ ਦੇਖਦੇ ਹਾਂ ਵੀ ਕੋਈ ਨਸ ਬਲੌਕ ਹੈ, ਕਿੰਨੀ ਬਲੌਕ ਹੈ। ਜੇ ਇੱਕ ਥ੍ਰੈਸ਼ਹੋਲਡ ਹੁੰਦਾ, ਜੇ ਉਸ ਤੋਂ ਜ਼ਿਆਦਾ ਜੇ ਨਸ ਬਲੌਕ ਹੋਵੇ ਤਾਂ ਅਸੀਂ ਰਿਕਮੈਂਡ ਕਰ ਦਿੰਦੇ ਹਾਂ ਸਟੈਂਟਿੰਗ, ਜੇ ਨਹੀਂ ਹੁੰਦੀ ਤਾਂ ਅਸੀਂ ਦਵਾਈਆਂ ਤੇ ਹੀ ਰੱਖਦੇ ਹਾਂ। ਬਟ ਕਦੇ ਵੀ ਕਿਸੇ ਪੇਸ਼ੈਂਟ ਨੂੰ ਅਸੀਂ ਫੋਰਸ ਨਹੀਂ ਕਰ ਸਕਦੇ, ਅਸੀਂ ਤਾਂ ਸਿਰਫ ਪੇਸ਼ੈਂਟ ਨੂੰ ਰਿਕਮੈਂਡ ਕਰ ਸਕਦੇ ਹਾਂ, ਇੱਕ ਐਡਵਾਈਸ ਕਰ ਸਕਦੇ ਹਾਂ ਕਿ ਸਟੈਂਟਿੰਗ ਦੀ ਲੋੜ ਹੈ। ਬਾਕੀ ਜੇ ਇਹ ਪੇਸ਼ੈਂਟ ਦੀ ਬੜੀ ਸਵੀਟ ਵਿਲ ਹੈ ਕਿ ਪੇਸ਼ੈਂਟ ਉਹ ਕਰਵਾਉਣਾ ਚਾਹੁੰਦਾ ਜਾਂ ਨਹੀਂ ਕਰਵਾਉਣਾ ਚਾਹੁੰਦਾ, ਪਰ ਡੈਫੀਨੇਟਲੀ ਜੋ ਵੀ ਰਿਕਮੈਂਡੇਸ਼ਨ ਡਾਕਟਰ ਸਾਹਿਬਾਨ ਚਾਹੇ ਉਹ ਕਿਸੇ ਵੀ ਹਸਪੀਟਲ 'ਚ ਉਹ ਪੇਸ਼ੈਂਟ ਦੀ ਜਾਨ ਬਚਾਉਣ ਲਈ ਦਿੰਦੇ ਆ। ਇਸ ਵਿੱਚ ਕੋਈ ਪੇਸ਼ੈਂਟ ਨੂੰ ਕਦੇ ਵੀ ਕੰਪੈਲ ਨਹੀਂ ਕੀਤਾ ਜਾਂਦਾ। ਤਾਂ ਸਾਰੇ ਹਸਪੀਟਲ ਜਿਹੜਾ 24 ਆਵਰ ਹਸਪੀਟਲ ਹੈ, ਔਰ ਹਾਰਟ ਦੀ ਪ੍ਰੋਬਲਮ ਵੀ ਨਾਈਟ ਨੂੰ ਹੀ ਲੋਕਾਂ ਨੂੰ, ਤਕਰੀਬਨ ਰਾਤ ਨੂੰ ਲੋਕ ਭੱਜਦੇ ਨੇ। ਪਹਿਲਾਂ ਸਾਰਾ ਦਿਨ ਆਪਦੇ ਕੰਮਕਾਰ ਖਿੱਚੀ ਜਾਂਦੇ ਆ ਕੰਮ ਨੂੰ, ਔਰ ਰਾਤ ਨੂੰ ਜਦੋਂ ਥੋੜਾ ਜਿਹਾ ਦਰਦ ਹੋਣ ਲੱਗਦਾ ਫਿਰ ਉਹਨਾਂ ਦੇ ਹਾਰਟ ਵੱਲ ਨਿਗਾਹ ਜਾਂਦੀ ਹੈ। ਕੀ ਕਹਿਣਾ ਚਾਹੋਗੇ ਕਿ 24 ਆਵਰ ਹਸਪੀਟਲ ਹੈ ਔਰ ਇੱਥੇ ਹਮੇਸ਼ਾ ਐਮਰਜੈਂਸੀ ਦੇ ਲਈ ਤੁਹਾਡਾ ਸਟਾਫ, ਔਰ ਈਵਨ ਤੁਸੀਂ ਵੀ ਕੋਈ ਵੀ ਜ਼ਿਆਦਾ ਐਮਰਜੈਂਸੀ ਹੁੰਦੀ ਹੈ ਤਾਂ ਨਾਲ ਹੀ ਅਟੈਚ ਹੋ ਜਾਂਦੇ? ਡੈਫੀਨੇਟਲੀ ਸਰ, ਅਸੀਂ ਇੱਥੇ ਇਹ ਜਿਹੜਾ ਹਸਪੀਟਲ ਹੈ ਪਿਛਲੇ ਅਸੀਂ 2-2.5 ਮਹੀਨਿਆਂ ਤੋਂ ਅਸੀਂ ਇੱਥੇ ਸ਼ੁਰੂਆਤ ਕੀਤੀ ਹੈ, ਜੋ ਕਿ ਗੁਰੂ ਨਾਨਕ ਕਾਰਡਿਕ ਕੇਅਰ ਹੈ। ਇਹ ਗਿਆਨੀ ਜੈਲ ਸਿੰਘ ਐਵੀਨਿਊ, ਸਾਦਕ ਰੋਡ, ਫਰੀਦਕੋਟ ਵਿਖੇ ਸਥਿਤ ਹੈ। ਇੱਥੇ ਸਾਡਾ ਮੇਨ ਉਪਰਾਲਾ ਇਹ ਹੈ ਕਿ ਹੈਲਥ ਫॉर ਆਲ ਐਟ ਅਫੋਰਡੇਬਲ ਕਾਸਟ। ਮੈਂ ਇਹ ਗੱਲ ਔਨ ਰਿਕਾਰਡ ਕਹਿ ਰਿਹਾ ਕਿ ਇੱਥੇ ਅਸੀਂ ਜੋ ਸਾਡੇ ਹਾਰਟ ਦੀ ਇਨਵੈਸਟੀਗੇਸ਼ਨਸ ਹੈ, ਜਿਵੇਂ ਕਿ ਈਕੋ ਹੋ ਗਈ, TMT ਹੋ ਗਈ, ਜਾਂ 24 ਆਵਰ ਹਾਲਟਰ ਹੋ ਗਿਆ, ਜਾਂ 24 ਆਵਰ BP ਮੋਨੀਟਰਿੰਗ ਹੋ ਗਈ, ਤੇ ਹੋਰ ਜੋ ਟੈਸਟਸ ਹੋ ਗਏ, ਉਹ ਅਸੀਂ ਬਾਕੀ ਜਿਹੜੇ ਹੈਗੇ ਥਾਵਾਂ ਨਾਲੋਂ ਅਸੀਂ ਆਲਮੋਸਟ 40% ਘੱਟ ਰੇਟ ਸੇ ਕਰ ਰਹੇ ਹਾਂ। ਮੈਂ ਫਿਰ ਇਹ ਕਹਿ ਰਿਹਾ ਵੀ ਸਾਡੇ ਜਿਹੜੇ ਸਰਕਾਰੀ ਰੇਟਾਂ ਨਾਲੋਂ 100-200 ਰੁਪਏ ਦਾ ਹੀ ਫਰਕ ਹੈ। ਫਿਰ ਵੀ ਸਾਡੇ ਕੋਲ ਜੇ ਕੋਈ ਪੂਅਰ ਪੇਸ਼ੈਂਟ ਆ ਜਾਂਦਾ ਤਾਂ ਅਸੀਂ ਉਹਦੀ ਸਪੈਸ਼ਲ ਉਹਦੀ ਕੰਸੀਡਰੇਸ਼ਨ ਦਿੰਦੇ ਹਾਂ। ਪਰ ਸਾਡੇ ਲਈ ਕੋਈ ਮੇਨ ਇਹ ਹੈ ਕੋਈ ਪੇਸ਼ੈਂਟ ਪੈਸੇ ਦੀ ਘਾਟ ਕਰਕੇ ਇਲਾਜ ਤੋਂ ਵਾਂਝਾ ਨਾ ਰਹੇ।
ਤੇ ਬਾਕੀ ਅਸੀਂ ਸਾਰੇ ਪੇਸ਼ੈਂਟ ਸਾਡੇ ਬਰਾਬਰ ਟ੍ਰੀਟ ਕੀਤੇ ਜਾਂਦੇ ਆ ਐਂਡ ਪ੍ਰੋਪਰ ਕੀ ਕਹਿੰਦੇ ਕੇਅਰ ਦਿੱਤੀ ਜਾਂਦੀ ਹੈ। ਅਸੀਂ 24/7 ਇੱਥੇ ਉਪਲਬਧ ਆ, ਪਰ ਜੇ ਸਾਨੂੰ ਜੇ ਕੋਈ ਸਟੈਂਟਿੰਗ ਦੀ ਲੋੜ ਕਿਸੇ ਪੇਸ਼ੈਂਟ ਨੂੰ ਅਸੀਂ ਐਂਜੀਓਗ੍ਰਾਫੀ ਦੀ ਲੋੜ ਪੈਂਦੀ ਹੈ ਤਾਂ ਉਹ ਅਸੀਂ ਬਠਿੰਡੇ ਜੋ ਗਲੋਬਲ ਹਸਪੀਟਲ ਪਹਿਲਾਂ ਹੁੰਦਾ ਸੀ ਹੁਣ ਮਹਿਰ ਹਸਪੀਟਲ ਬਣ ਗਿਆ, ਉੱਥੇ ਅਸੀਂ ਕਰਦੇ ਹਾਂ। ਬਟ ਉਸ ਚੀਜ਼ ਨੂੰ ਛੱਡ ਕੇ ਬਾਕੀ ਸਾਰੀਆਂ ਸੁਵਿਧਾਵਾਂ ਸਾਡੇ ਗੁਰੂ ਨਾਨਕ ਕਾਰਡਿਕ ਕੇਅਰ ਫਰੀਦਕੋਟ ਵਿਖੇ ਉਪਲਬਧ ਹਨ। ਡਾਕਟਰ ਸਾਹਿਬ, ਤੁਸੀਂ ਐਮਡੀ ਮੈਡੀਸਨ ਵੀ ਹੋ ਔਰ ਹਮੇਸ਼ਾ ਜਿੱਦਾਂ ਹੁਣ ਤੁਸੀਂ ਫੈਬਰੋ ਸਕੈਨ ਦਾ ਜਿਹੜਾ ਹੈਗਾ ਸ਼ੁਰੂ ਕੀਤਾ ਹੋਇਆ ਹੈਗਾ, ਕੀ ਕਹਿਣਾ ਚਾਹੋਗੇ ਕਿ ਫੈਟੀ ਲੀਵਰ ਜਿਹਦੀ ਬਹੁਤ ਜ਼ਿਆਦਾ ਐਪੀਡੈਮਿਕ ਹੋ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਕਿ ਅੱਜ ਅੱਗੇ ਤਾਂ ਲੋਕ ਕਹਿੰਦੇ ਸੀ ਕਿ ਹੈਪੇਟਾਈਟਸ ਬੀ ਸੀ ਨਾਲ ਅਸੀਂ ਲੀਵਰ ਫੇਲਰ ਹੋਊਗਾ ਸਾਡਾ, ਔਰ ਜਿਸ ਤਰੀਕੇ ਦੇ ਨਾਲ ਹੁਣ ਪ੍ਰੈਜ਼ੈਂਟ ਸਿਚੁਏਸ਼ਨ ਬਣ ਰਹੀ ਹੈ ਫੈਟੀ ਲੀਵਰ ਦਾ ਜਿਹੜਾ ਐਪੀਡੈਮਿਕ ਆ ਬਹੁਤ ਜ਼ਿਆਦਾ ਵੱਧ ਰਿਹਾ, ਕੀ ਕਹਿਣਾ ਚਾਹੋਗੇ ਕਿ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਹਰੇਕ ਚੀਜ਼ ਨੂੰ ਇਹ ਤੁਹਾਡਾ ਡੀਲ ਹੁੰਦਾ ਹੈ, ਚਾਹੇ ਉਹ ਸ਼ੂਗਰ ਵਾਲਾ ਪੇਸ਼ੈਂਟ ਆ ਗਿਆ, ਚਾਹੇ ਉਹ ਲੀਵਰ ਵਾਲਾ ਆ ਗਿਆ ਪੇਸ਼ੈਂਟ, ਤਾਂ ਮਤਲਬ ਇਹ ਇੱਕ ਕੰਪਲੀਟ ਇਕੱਲਾ ਹਾਰਟ ਦੇ ਦਰਸ਼ਕੋ ਹਾਰਟ ਸੈਂਟਰ ਹੀ ਨਹੀਂ ਹੈ, ਇਹ ਕੰਪਲੀਟ ਸੈਂਟਰ ਆ ਜਿਹਦੇ 'ਚ ਤੁਸੀਂ ਕੋਈ ਵੀ ਬਿਮਾਰੀ ਲੈ ਕੇ ਆਉਂਦੇ ਹੋ ਡਾਕਟਰ ਸਾਹਿਬ ਕੋਲੇ ਤੇ ਡਾਕਟਰ ਸਾਹਿਬ ਉਹਦਾ ਤੁਹਾਨੂੰ ਨਿਜ਼ਾਤ ਦਿੰਦੇ। ਬਿਲਕੁਲ ਸਰ ਬੇਸਿਕਲੀ ਕੀ ਹਾਰਟ ਦੀ ਬਿਮਾਰੀ ਜਿਹੜੀ ਹੈਗੀ ਹੈ ਇਹ ਇੱਕ ਨਾ ਇਕੱਠਾ 3-4 ਬਿਮਾਰੀਆਂ ਇਕੱਠੀਆਂ ਹੁੰਦੀਆਂ, ਜਿਸ ਤਰ੍ਹਾਂ ਕਿਸੇ ਨੂੰ ਬਲੱਡ ਸ਼ੂਗਰ ਹੋਣਾ, ਕਿਸੇ ਦਾ ਕੋਲੇਸਟ੍ਰੋਲ ਵਧਣਾ, ਮੋਟਾਪਾ ਹੋਣਾ, ਬੀਪੀ ਵਧਣਾ, ਨਾਲ ਹਾਰਟ ਦੀ ਬਿਮਾਰੀ ਹੋਣਾ। ਹੁਣ ਇਹ ਜਿਹੇ ਲੋਕਾਂ ਨੂੰ ਕਦੇ ਥਾਇਰਾਇਡ ਵੀ ਨਾਲ ਜੁੜ ਜਾਂਦਾ ਤੇ ਨਾਲ ਮੋਟਾਪਾ ਵੀ ਹੋ ਜਾਂਦਾ। ਜਦੋਂ ਮੋਟਾਪਾ ਹੋ ਜਾਂਦਾ ਤਾਂ ਫਿਰ ਕੋਲੇਸਟ੍ਰੋਲ ਦੇ ਨਾਲ ਫਿਰ ਲੀਵਰ ਫੈਟੀ ਵੀ ਹੋ ਜਾਂਦਾ। ਪਲੱਸ ਆਪਣੇ ਪੰਜਾਬ ਦੇ ਵਿੱਚ ਹੈਪੇਟਾਈਟਿਸ ਜਿਵੇਂ ਕਿ ਸੀ ਕਾਫੀ ਪ੍ਰੈਵਲੈਂਟ ਹੈ, ਕਰੋਨਿਕ ਹੈਪੇਟਾਈਟਿਸ ਸੀ, ਇਹ ਅੱਜ ਨਹੀਂ ਪਿਛਲੇ 10-15 ਸਾਲਾਂ ਤੋਂ ਪੰਜਾਬ ਵਿੱਚ ਪ੍ਰੈਵਲੈਂਟ ਹੈ। ਇਸ ਕਰਕੇ ਕਰੋਨਿਕ ਲੀਵਰ ਡਿਜ਼ੀਜ਼ ਬਹੁਤ ਜ਼ਿਆਦਾ ਇੱਥੇ ਕਾਮਨ ਹੈ। ਸੋ ਫੈਟੀ ਲੀਵਰ ਤਾਂ ਇਹ ਹੈ ਜੀ, ਜੇ ਆਪਾਂ ਮਤਲਬ ਰੂਟੀਨ ਆਪਣਾ ਅਲਟਰਾਸਾਊਂਡ ਕੋਈ ਵੀ ਫੈਟੀ ਲੀਵਰ ਦੇ ਵੀ ਹੁਣ ਕਈ ਕਾਰਨ ਹੈ ਜੀ। ਜ਼ਰੂਰੀ ਨਹੀਂ ਕਿ ਪੇਸ਼ੈਂਟ ਕੋਈ ਹੈਪੇਟਾਈਟਿਸ ਸੀ ਨਾਲ ਜਾਂ ਬੀ ਨਾਲ ਪੀੜਿਤ ਹੋਵੇ ਜਾਂ ਕਿਸੇ ਪੇਸ਼ੈਂਟ ਨੂੰ ਕੋਈ ਹੋਰ ਪ੍ਰੋਬਲਮ ਮੋਟਾਪੇ ਦੇ ਵਿੱਚ ਵੀ ਹੋ ਸਕਦਾ ਹੈ। ਡਾਈਟ ਹੈਬਿਟਸ, ਜੰਕ ਫੂਡ ਜਿਵੇਂ ਪੀਜ਼ੇ ਪਾਸਤੇ ਜਿਹੜੇ ਇਸ ਤਰ੍ਹਾਂ ਦਾ ਜਿਹੜਾ ਫੂਡ ਹੋ ਗਿਆ ਉਹਦੇ ਨਾਲ ਫੈਟੀ ਲੀਵਰ ਤਾਂ ਬੱਚਿਆਂ 'ਚ ਵੀ ਅੱਜ ਕੱਲ੍ਹ ਹੋ ਸਕਦਾ ਹੈ ਬਿਕੋਜ਼ ਆਫ ਦਾ ਡਾਈਟਰੀ ਹੈਬਿਟਸ। ਸੋ ਇਹ ਇੱਕ ਪਲੱਸ ਜਿਹੜੇ ਵੱਡਿਆਂ 'ਚ ਹਾਰਟ ਦੇ ਪੇਸ਼ੈਂਟਸ ਹੁੰਦੇ ਯੂਜੂਅਲੀ ਮੋਟਾਪਾ ਹੁੰਦਾ, ਇਹਨੂੰ ਅਸੀਂ ਮੈਟਾਬੋਲਿਕ ਸਿੰਡਰੋਮ ਕਹਿ ਦਿੰਦੇ ਹਾਂ। ਹਾਈ ਬਲੱਡ ਸ਼ੂਗਰ ਹੋਣਾ, ਯੂਰਿਕ ਐਸਿਡ ਵੀ ਵਧਿਆ ਹੋਣਾ, ਪੇਟ ਬਾਹਰ ਨਿਕਲਿਆ ਹੋਣਾ, ਪਲੱਸ ਬੀਪੀ ਵਧਣਾ, ਪਲੱਸ ਥੋੜੀ ਬਹੁਤ ਹਾਰਟ ਦੀ ਵੀ ਪ੍ਰੋਬਲਮ ਆ ਗਈ, ਬਲੱਡ ਪ੍ਰੈਸ਼ਰ ਦੀ ਵੀ ਪ੍ਰੋਬਲਮ ਆ ਗਈ, ਪੇਸ਼ੈਂਟ 3-4 ਬਿਮਾਰੀਆਂ ਦਾ ਇਕੱਠਾ ਘਰ ਬਣ ਜਾਂਦਾ ਤੇ ਆਫ ਕੋਰਸ ਫੈਟੀ ਲੀਵਰ ਵੀ ਉਹਨਾਂ 'ਚੋਂ ਇੱਕ ਹੁੰਦਾ। ਬਟ ਯੂਜੂਅਲੀ ਇਹ ਰਿਕੋਗਨਾਈਜ਼ ਨਹੀਂ ਹੁੰਦਾ, ਇਹ ਹੁੰਦਾ ਕਿ ਟਾਈਮਲੀ ਕੋਈ ਅਲਟਰਾਸਾਊਂਡ ਹੋ ਜਾਏ ਤੇ ਜਿਹਦੇ ਵਿੱਚ ਇਹ ਫੜਿਆ ਜਾਂਦਾ। As you are an institution, you have long data ਸਾਨੂੰ ਸਮਾਂ ਦੇਣ ਦੇ ਲਈ ਔਰ ਗੁਰੂ ਨਾਨਕ ਕਾਰਡਿਕ ਕੇਅਰ ਸੈਂਟਰ ਤੁਹਾਨੂੰ ਖੋਲ੍ਹਣ ਦੇ ਲਈ, ਇੱਕ ਡੀਐਮ ਡਾਕਟਰ ਫਰੀਦਕੋਟ ਨੂੰ ਮਿਲਣ ਦੇ ਲਈ ਔਰ ਜਿਸ ਤਰੀਕੇ ਨਾਲ ਤੁਸੀਂ ਸਰਕਾਰੀ ਰੇਟਾਂ ਨੂੰ ਜਿਹੜਾ ਹੈਗਾ ਲੋਕਾਂ ਨਾਲ ਅਟੈਚ ਹੋ ਰਿਹਾ, ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਰ। ਬੜੀ ਫਰੀਦਕੋਟ ਦੀ ਕਿਸਮਤ ਜਿਹੜੀ ਹੈਗੀ ਵਧੀਆ, ਜਿੱਥੇ ਡੀਐਮ ਡਾਕਟਰ ਜਿਹਨੇ ਬਹੁਤ ਵੱਡੇ ਹਸਪੀਟਲਾਂ ਦੀ ਸੇਵਾ ਕਰਕੇ ਇੱਥੇ ਆਇਆ ਔਰ ਤੁਸੀਂ ਵੀ ਅੱਜ ਵਿਜ਼ਿਟ ਕਰ ਰਹੇ ਹੋ ਇੱਥੇ। ਕੀ ਕਹਿਣਾ ਚਾਹੋਗੇ ਕਿ ਡਾਕਟਰ ਗੁਰਪ੍ਰੀਤ ਜਿਹੜਾ ਇੱਕ ਕੰਪਲੀਟ ਇੱਕ ਹਾਰਟ ਦਾ ਔਰ ਹਰ ਇੱਕ ਬਿਮਾਰੀ ਦੇ ਲਈ ਜਿਹੜਾ ਹੈਗਾ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ, ਚੈਨਲ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਾਡੇ ਬੱਚੇ ਡਾਕਟਰ ਗੁਰਪ੍ਰੀਤ ਸਿੰਘ ਹੋਣਾ ਨੂੰ ਇਸ ਚੈਨਲ ਵਾਸਤੇ ਇੰਟਰਵਿਊ ਕੀਤਾ। ਮੈਂ ਸਾਰੀ ਜਿਹੜੇ ਆਡੀਅנס ਉਹਨਾਂ ਨੂੰ ਦੱਸਣੀ ਚਾਹਾਂਗਾ ਗੱਲ ਕਿ ਡਾਕਟਰ ਗੁਰਪ੍ਰੀਤ ਸਿੰਘ ਬਹੁਤ ਵਧੀਆ ਡਾਕਟਰ ਨੇ। ਐਮਡੀ ਮੈਡੀਸਨ ਤੋਂ ਬਾਅਦ ਇਹਨਾਂ ਨੇ ਡੀਐਮ ਕਾਰਡੀਓ ਕੀਤੀ ਤੇ ਤਕਰੀਬਨ 15-16 ਸਾਲ ਤੋਂ ਅਸੀਂ ਇਹਨਾਂ ਦੇ ਕੋਲ ਆ ਰਹੇ ਹਾਂ। ਤੇ ਜਿਹੜਾ ਇਹਨਾਂ ਦਾ ਪੇਸ਼ੈਂਟਸ ਦੇ ਨਾਲ ਜਿਹੜਾ ਇੰਟਰੈਕਸ਼ਨ ਕਰਦੇ, ਜਿਹੜੀ ਪੇਸ਼ੈਂਟਸ ਨਾਲ ਗੱਲਬਾਤ ਕਰਦੇ, ਜਿਸ ਤਰੀਕੇ ਦੇ ਨਾਲ ਮਰੀਜ਼ਾਂ ਨੂੰ ਦਵਾਈ ਦਿੰਦੇ, ਜਿਸ ਤਰੀਕੇ ਦੇ ਨਾਲ ਮਰੀਜ਼ਾਂ ਨੂੰ ਅਟੈਂਡ ਕਰਦੇ ਆ, ਬਹੁਤ ਵਧੀਆ ਤਰੀਕਾ ਹੈ। ਇੱਕ ਬੱਚਿਆਂ ਦੀ ਤਰ੍ਹਾਂ ਇੱਕ ਪੇਸ਼ੈਂਟ ਨੂੰ ਸਮਝਾਉਂਦੇ ਸਾਰੀ ਗੱਲ ਕਿ ਆਹ ਦਵਾਈ ਇਸ ਤਰ੍ਹਾਂ ਲੈਣੀ ਹੈ, ਤੂੰ ਆਹ ਕੰਮ ਨਹੀਂ ਕਰਨੇ, ਇਸ ਤਰੀਕੇ ਨਾਲ ਆਪਣਾ ਲਾਈਫ ਸਟਾਈਲ ਬਣਾਉਣਾ, ਆਹ ਚੀਜ਼ ਖਾਣੀ, ਆਹ ਚੀਜ਼ ਨਹੀਂ ਖਾਣੀ, ਉਹਦੀ ਹਰ ਇੱਕ ਚੀਜ਼ ਦਾ ਇੱਕ ਬੱਚਿਆਂ ਦੀ ਤਰ੍ਹਾਂ ਮਰੀਜ਼ ਨੂੰ ਸਮਝਾਉਣਾ। ਇਹ ਮਰੀਜ਼ ਵਾਸਤੇ ਬਹੁਤ ਵਧੀਆ ਇੱਕ ਸਾਈਨ ਹੈ ਸਾਡੇ ਵਾਸਤੇ ਇਹ ਕਿ ਅਸੀਂ 15 ਸਾਲਾਂ ਤੋਂ ਇਹਨਾਂ ਦੇ ਕੋਲ ਆ ਰਹੇ ਹਾਂ ਤੇ ਇਹ ਸਾਨੂੰ ਦਵਾਈ ਘੱਟ ਦਿੰਦੇ ਆ, ਸਾਨੂੰ ਜਿਹੜੀ ਦੂਸਰੀ ਡੋਜ਼ ਹੈ ਨਾ ਜਿਹੜੀ ਉਹ ਜ਼ਿਆਦਾ ਦਿੰਦੇ ਆ ਦਵਾਈ ਦੇ ਨਾਲੋਂ। ਸਮਝਾਉਣ ਵਾਲੀ ਗੱਲ, ਜਿਵੇਂ ਮੈਂ ਵੱਡਾ ਤਾਂ ਮੈਨੂੰ ਆਪਣੇ ਪਿਤਾ ਦੀ ਤਰ੍ਹਾਂ ਗੱਲਬਾਤ ਸਮਝਾਉਣੀ, ਜੇ ਕੋਈ ਬੱਚਾ ਹੈ ਛੋਟਾ ਹੁੰਦਾ ਤਾਂ ਉਹਨੂੰ ਬੱਚੇ ਦੀ ਤਰ੍ਹਾਂ ਗੱਲ ਸਮਝਾਉਣੀ। ਇਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਇਹ ਆਪਣੇ ਪੇਸ਼ੈਂਟਸ ਨਾਲ ਇਹਨਾਂ ਦੀ ਡੀਲਿੰਗ ਹੈ। ਫਿਰ ਮੈਂ ਦੇਖਿਆ ਕਈ ਵਾਰ ਮੈਨੂੰ ਕਹਿਣਗੇ ਕੋਈ ਵੀ ਮਰੀਜ਼ ਤੁਹਾਡੇ ਕੰਟੈਕਟ ਦੇ ਵਿੱਚ ਆਵੇ, ਜੇ ਉਹ ਪੈਸੇ ਨਹੀਂ ਵੀ ਦੇ ਸਕਦਾ ਨਾ ਤਾਂ ਤੁਸੀਂ ਮੇਰੇ ਕੋਲ ਭੇਜ ਦਿਓ, ਮੈਂ ਬਿਲਕੁਲ ਫ੍ਰੀ ਆਫ ਕਾਸਟ ਉਹਦਾ ਜਿਹੜਾ ਬੇਸ਼ੱਕ ਇਕੋ ਕਰਨੀ ਪਵੇ ਜਾਂ ਕੋਈ ਵੀ ਕੰਮ ਕਰਨਾ ਪਵੇ, ਮੈਂ ਕਰਨ ਵਾਸਤੇ 24 ਘੰਟੇ ਤਿਆਰ ਹਾਂ।
ਮਤਲਬ ਹਰ ਸਮੇਂ ਜਿਹੜੀਆਂ ਇਹਨਾਂ ਦੀਆਂ ਸੇਵਾਵਾਂ ਹੈ, ਉਹ ਸਾਡੇ ਫਰੀਦਕੋਟ ਵਾਸੀਆਂ ਵਾਸਤੇ ਹਮੇਸ਼ਾ ਹੀ ਤਤਪਰ ਰਹਿੰਦੇ ਆ ਸੇਵਾਵਾਂ ਕਰਨ ਵਾਸਤੇ। ਬਹੁਤ ਵਧੀਆ ਇਹਨਾਂ ਦਾ ਜਿਹੜਾ ਸਾਰਾ ਜੋ ਇੱਥੇ ਖੋਲ੍ਹਿਆ ਤਕਰੀਬਨ 2-2.5 ਮਹੀਨੇ ਤੋਂ ਇੱਕੋ ਦੀ ਸੇਵਾਵਾਂ ਜਿਸ ਤਰ੍ਹਾਂ ਆਈਆਂ, ਆਪ 24 ਘੰਟੇ ਹੁਣ ਬੈਠਦੇ ਆ। ਤੇ ਫਰੀਦਕੋਟ ਦੇ ਨੇੜੇ ਕੋਈ ਵੀ ਹਸਪੀਟਲ ਨਹੀਂ ਸੀ ਇਸ ਤਰ੍ਹਾਂ ਦਾ ਜਿੱਥੇ ਕਿ ਇੱਕੋ ਦੀਆਂ ਸੇਵਾਵਾਂ ਜਾਂ ਹਾਰਟ ਦੀਆਂ ਸੇਵਾਵਾਂ 24 ਘੰਟੇ ਮਿਲਦੀਆਂ ਹੋਣ। ਤੇ ਉਹ ਇਹਨਾਂ ਦੇ ਆਉਣ ਦੇ ਨਾਲ ਫਰੀਦਕੋਟ ਦੇ ਵਿੱਚ ਕਾਫੀ ਜਿਹੜੀ ਹੈ ਉਹ ਲੋਕਾਂ ਦੇ ਵਿੱਚ ਵੀ ਖੁਸ਼ੀ ਹੈ ਕਿ ਸਾਨੂੰ ਫਰੀਦਕੋਟ ਦੇ ਵਾਸੀਆਂ ਨੂੰ ਇਹ ਇੱਕ ਬਹੁਤ ਵਧੀਆ ਡਾਕਟਰ ਮਿਲੇ ਹੈ। ਤੇ ਜਿੱਥੇ ਅਸੀਂ ਡਾਕਟਰ ਗੁਰਪ੍ਰੀਤ ਨੂੰ ਵਧਾਈ ਦਿੰਦੇ ਹਾਂ ਕਿ ਇਹਨਾਂ ਦੇ ਫਰੀਦਕੋਟ ਆਉਣ ਦੀਆਂ, ਤੇ ਉੱਥੇ ਸਾਰੇ ਫਰੀਦਕੋਟ ਵਾਸੀਆਂ ਨੂੰ ਇਸ ਗੱਲ ਦੀ ਅਸੀਂ ਵਧਾਈ ਦਿੰਦੇ ਹਾਂ ਕਿ ਸਾਨੂੰ ਫਰੀਦਕੋਟ ਵਾਸੀਆਂ ਨੂੰ ਜਿਹੜੇ ਬਹੁਤ ਵਧੀਆ ਡਾਕਟਰ ਇੱਥੇ 24 ਘੰਟੇ ਵਾਸਤੇ ਉਪਲਬਧ ਹੋਏ ਹੈ। ਸਰ ਮੰਨੀਏ ਕਿ ਸੋਨੇ ਦੇ ਸੁਹਾਗੇ ਵਾਲੀ ਗੱਲ ਹੋ ਗਈ, ਤੁਸੀਂ ਤਾਂ ਸਮਾਜ ਸੇਵੀ ਹੋ, ਤੁਸੀਂ ਤਾਂ ਇਹਨਾਂ ਕੋਲੇ ਭੇਜਣੇ ਉਹ ਆ ਜਿਹੜੇ ਬੰਦੇ ਲੋੜਵੰਦ ਨੇ, ਔਰ ਇਹ ਤੁਹਾਡੇ ਪੇਸ਼ੈਂਟਾਂ ਨੂੰ ਵੀ ਵਧੀਆ ਟ੍ਰੀਟ ਕਰਦੇ ਨੇ, ਔਰ ਉਹਦੇ ਨਾਲ ਨਾਲ ਤੁਹਾਡੇ ਬੇਟੇ ਮਤਲਬ ਇਹ ਡਬਲ ਸੋਨੇ ਦੇ ਸੁਹਾਗਾ ਮੰਨੀਏ। ਬਿਲਕੁਲ ਜੀ ਬਿਲਕੁਲ, ਅਸੀਂ ਬਿਲਕੁਲ ਸੱਚਾਈ ਹੈ। ਜੇ ਅਸੀਂ ਇਹਨਾਂ ਕੋਲ 2 ਪੇਸ਼ੈਂਟ 4 ਪੇਸ਼ੈਂਟ ਜਿੰਨੇ ਕਹਿੰਦੇ ਤੁਸੀਂ ਬੇਸ਼ੱਕ ਦੀ ਜਿੰਨੇ ਮਰਜ਼ੀ ਭੇਜੋ, ਕਿਉਂਕਿ ਜਿਹੜੇ ਸਾਡੇ ਕੰਟੈਕਟ 'ਚ ਆਉਣੇ ਉਹ ਤਕਰੀਬਨ ਪੇਸ਼ੈਂਟ ਲੋੜਵੰਦ ਹੀ ਹੋਣਗੇ। ਤੇ ਇਹਨਾਂ ਦੀ ਹਮੇਸ਼ਾ ਹੀ ਖੁੱਲ੍ਹੀ ਛੁੱਟੀ ਹੈ ਕਿ ਅਸੀਂ ਤੁਹਾਡੇ ਰਿਕਮੈਂਡ ਕੀਤੇ ਹੋਏ ਪੇਸ਼ੈਂਟ ਤੋਂ ਜੇ ਤੁਸੀਂ ਰਿਕਮੈਂਡ ਕਰੋਗੇ 200 ਰੁਪਏ ਲੈਣੇ ਆ ਤਾਂ ਅਸੀਂ 200 ਲਵਾਂਗੇ, ਜੇ 100 ਲੈਣਾ ਤਾਂ 100 ਲਵਾਂਗੇ, ਜੇ ਤੁਸੀਂ ਲਿਖ ਦਿਓਗੇ 0 ਤਾਂ ਅਸੀਂ ਬਿਲਕੁਲ ਵੀ ਨਹੀਂ ਲਵਾਂਗੇ। ਮਤਲਬ ਇਹਨਾਂ ਦਾ ਪਿਆਰ ਹੈ ਆਪਣੇ ਫਰੀਦਕੋਟ ਵਾਸੀਆਂ ਦੇ ਨਾਲ। ਸਾਡੇ ਨਾਲ ਤਾਂ ਪਿਆਰ ਹੈਗੇ, ਸਾਡਾ ਤਾਂ ਹੁਣ ਇਹ ਬੱਚਾ ਹੈ ਸਾਡੇ ਹੱਥਾਂ 'ਚ ਖੇਡਿਆ ਤੇ ਅਸੀਂ ਮਤਲਬ ਬਤੌਰ ਪੇਸ਼ੈਂਟ ਵੀ ਆ ਰਹੇ ਹਾਂ ਤੇ ਬਤੌਰ ਚਾਚਾ ਭਤੀਜਾ ਵੀ ਅਸੀਂ ਸਾਰੀਆਂ ਜਿਹੜੀਆਂ ਸੇਵਾਵਾਂ ਉਹ ਰਲ ਮਿਲ ਕੇ ਮਤਲਬ ਅਸੀਂ ਕਰ ਰਹੇ ਹਾਂ। ਬਹੁਤ ਵਧੀਆ ਇਹਨਾਂ ਦਾ ਨੇਚਰ ਵੀ ਬਹੁਤ ਵਧੀਆ, ਸਾਰੇ ਪਰਿਵਾਰ ਦੀ ਨੇਚਰ ਬਹੁਤ ਵਧੀਆ ਹੈ। ਮਤਲਬ ਪਰਿਵਾਰ ਐਡਾ ਮਿੱਠ ਬੋਲਣਾ, ਹਰ ਇੱਕ ਆਏ ਗਏ ਇਨਸਾਨ ਦੇ ਨਾਲ ਵਧੀਆ ਤਰੀਕੇ ਦੇ ਨਾਲ ਡੀਲ ਕਰਨੀ। ਇਹਨਾਂ ਦੇ ਪਾਪਾ ਵੀ ਬਹੁਤ ਵਧੀਆ ਡੀਲ ਕਰਦੇ ਆ ਪੇਸ਼ੈਂਟਸ ਦੇ ਨਾਲ ਤੇ ਇਹਨਾਂ ਦੀ ਡੀਲਿੰਗ ਵੀ ਬਹੁਤ ਵਧੀਆ ਹੈ। ਥੈਂਕ ਯੂ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅਸੀਂ ਇਸ ਵੇਲੇ ਹੈਗੇ ਹਾਂ ਗੁਰੂ ਨਾਨਕ ਕਾਰਡਿਅਕ ਕੇਅਰ ਫਰੀਦਕੋਟ ਵਿਖੇ। ਇਹ ਸਾਡੀ ਐਡਵਾਂਸਡ ਇਕੋ ਮਸ਼ੀਨ ਹੈ ਜੋ ਕਿ ਫਰੀਦਕੋਟ ਦੇ ਲੋਕਾਂ ਦੇ ਲਈ ਅਸੀਂ ਇੱਥੇ ਉਪਲਬਧ ਕਰਵਾਈ ਹੈ। ਤੇ ਅਸੀਂ ਇਹ ਔਨ ਰਿਕਾਰਡ ਕਹਿ ਸਕਦੇ ਹਾਂ ਕਿ ਜਿਸ ਕੁਆਲਿਟੀ ਦੀ ਇਕੋ ਤੇ ਜੋ ਐਡਵਾਂਸਡ ਇਕੋ ਅਸੀਂ ਲੋਕਾਂ ਦੀ ਸਿਹਤ ਦੇ ਲਈ ਅਸੀਂ ਜਾਂਚ ਦੇ ਲਈ ਕਰ ਰਹੇ ਹਾਂ, ਉਹ ਇਸ ਏਰੀਏ 'ਚ ਨੇੜੇ ਤੇੜੇ ਕਿਤੇ ਵੀ ਉਪਲਬਧ ਨਹੀਂ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅਸੀਂ ਇਸ ਵੇਲੇ ਹਾਂ ਗੁਰੂ ਨਾਨਕ ਕਾਰਡਿਅਕ ਕੇਅਰ ਜੋ ਕਿ ਫਰੀਦਕੋਟ ਵਿਖੇ ਸਥਿਤ ਹੈ। ਅਸੀਂ ਦਿਖਾਉਣਾ ਚਾਹੁੰਦੇ ਹਾਂ ਆਪਣੀ TMT ਮਸ਼ੀਨ ਜੋ ਕਿ ਇੱਕ ਨਾਨ ਇਨਵੇਸਿਵ ਸੈਂਟਰ ਦਾ ਇੱਕ ਪਾਰਟ ਹੈ। ਤੇ ਇੱਥੇ ਅਸੀਂ ਆਪਣੇ ਸਟਾਫ ਦੇ ਨਾਲ ਇਸ ਵੇਲੇ ਉਪਲਬਧ ਹਾਂ। ਮੈਂ ਦੱਸਣਾ ਚਾਹੁੰਦਾ ਕਿ 24 ਘੰਟੇ 24/7 ਸਾਡੀਆਂ ਸੇਵਾਵਾਂ ਫਰੀਦਕੋਟ ਦੇ ਲੋਕਾਂ ਲਈ ਨਹੀਂ ਬਲਕਿ ਇਹ ਏਰੀਆ ਦੇ ਲੋਕਾਂ ਲਈ ਉਪਲਬਧ ਹੈ। ਤੇ ਇਹ ਸਾਡਾ ਸਟਾਫ ਹੈ, ਸਾਡਾ ਸਟਾਫ ਹੀ ਸਾਡੀ ਤਾਕਤ ਹੈ। ਇਕੱਲਾ ਡਾਕਟਰ ਹੀ ਨਹੀਂ ਜਿਹੜਾ ਟ੍ਰੀਟ ਕਰਦਾ ਹੈ, ਸਟਾਫ ਦਾ ਵੀ ਬਰਾਬਰ ਦਾ ਯੋਗਦਾਨ ਹੈ ਜੋ ਕਿ ਮਰੀਜ਼ ਦੇ ਠੀਕ ਹੋਣ ਵਿੱਚ ਡਾਕਟਰ ਦੀ ਮਦਦ ਕਰਦਾ ਹੈ। ਧੰਨਵਾਦ। ਮੈਂ ਕਿੱਦਾਂ ਲੱਗਦਾ ਤੁਸੀਂ ਗੁਰੂ ਨਾਨਕ ਕਾਰਡਿਅਕ ਕੇਅਰ ਸੈਂਟਰ ਦੇ ਵਿੱਚ ਆਏ ਹੋ, ਡਾਕਟਰ ਗੁਰਪ੍ਰੀਤ ਜੀ ਨੂੰ ਮਿਲੇ, ਕਿੱਦਾਂ ਦਾ ਲੱਗਦਾ, ਕੀ ਕਹਿਣਾ ਚਾਹੋਗੇ, ਕਿੱਦਾਂ ਦਾ ਇਹਨਾਂ ਦਾ? ਬਹੁਤ ਵਧੀਆ ਲੱਗਦਾ। ਠੀਕ ਹੈ, ਇਹਨਾਂ ਦਾ ਇਲਾਜ ਕਰਾਉਂਦੇ ਤੁਸੀਂ ਕਿੰਨੀ ਦੇਰ ਪਹਿਲਾਂ ਮੈਡੀਕਲ ਸੀਗੇ, ਤੁਸੀਂ ਇਲਾਜ ਇਹਨਾਂ ਦਾ ਬਹੁਤ ਵਧੀਆ ਸੀਗਾ। ਹੁਣ ਮੇਰੇ ਕੋਲ ਪੇਸ਼ੈਂਟ ਸੀਗਾ ਇਹਨਾਂ ਦਾ ਹਾਰਟ ਦੀ ਪ੍ਰੋਬਲਮ ਸੀ, ਇਹਨਾਂ ਨੇ ਬਹੁਤ ਬਾਤ। ਔਰ ਲੱਗਦਾ ਕਿ ਜਿਵੇਂ ਆਪਾਂ ਨੂੰ ਉਹ ਨਹੀਂ ਲੱਗਦਾ ਵੀ ਸਰਕਾਰੀ ਹਸਪਤਾਲ ਦੇ 'ਚ ਆਏ ਹੋਈ ਉਹ ਜਿਹਾ ਸਿਸਟਮ ਹੈ ਇਹਨਾਂ ਦਾ, ਜਿਵੇਂ ਆਪਾਂ ਅੰਦਰ ਆਉਂਦੇ ਹਾਂ ਤਾਂ ਡਰ ਜਿਹਾ ਲੱਗਦਾ ਨਹੀਂ, ਜਿਵੇਂ ਆਪਾਂ ਆਮ ਕਾਰਡਿਅਕ ਸੈਂਟਰ ਜਾਂਦੇ ਹਾਂ ਕਿਤੇ ਬਾਹਰ ਤੇ ਉਹ ਲੱਗਦਾ ਵੀ ਪਤਾ ਨਹੀਂ ਕਿੰਨੇ ਕੁ ਜ਼ਿਆਦਾ ਵੱਡਾ ਹੋਊਗਾ ਤੇ ਪੈਸੇ ਦੇਣੇ ਪੈਣਗੇ। ਇੱਥੇ ਲੱਗਦਾ ਵੀ ਸਿੰਪਲ ਜਿਹਾ ਸਰਕਾਰੀ ਹਸਪਤਾਲ ਨਾਲ ਇਸ ਤਰ੍ਹਾਂ ਹੀ ਜੋ ਉੱਥੇ ਇਕੋ ਕਰਾਈਏ 700 ਰੁਪਇਆ ਲੱਗਦਾ ਹੈ, ਉੱਥੇ 3-4 ਦਿਨ ਖੱਜਲ ਖੁਆਰੀ ਹੋਣੀ ਪਈ। ਇੱਥੇ ਆਏ ਹਾਂ ਅਸੀਂ, ਆਉਣ ਸਾਰ ਕੋਈ ਦਿੱਕਤ ਨਹੀਂ ਗਈ, ਇੱਕੋ ਵਧੀਆ ਹੋ ਗਈ, ਉਸ ਨਾਲ ਵਧੀਆ ਇਲਾਜ।